ਅੰਮ੍ਰਿਤਪਾਨ ਕੀਤਾ ਉਹਨੇ ਤੇ ਨਾਮ ਅੰਮ੍ਰਿਤਪਾਲ ਹੈ। ਉਹਦੇ ਬਾਰੇ ਕੀ ਖਿਆਲ ਹੈ? ਉਹਦੇ ਬਾਰੇ ਚ ਹਮੇਸ਼ਾ ਜ਼ਿਕਰ ਹੁੰਦਾ ਹੈ ਕਿ ਉਹ ਹਮੇਸ਼ਾ ਤੱਤੀਆਂ ਗੱਲਾਂ ਕਰਦਾ ਹੈ। ਜੇ ਤੁਸੀਂ ਸੱਚ ਬੋਲੋ ਤੇ ਚਾਹੇ ਮੈਂ ਵੀ ਬੋਲਾਂ, ਮਤਲਬ ਇਹਨੂੰ ਤੁਸੀਂ ਤੱਤੀਆਂ ਗੱਲਾਂ ਨਾ ਕਹੋ। ਲੜਾਈ ਬਹੁਤ ਚੱਲਦੀ ਹੈ ਜੀ, ਹਿੰਦੂ, ਸਿੱਖ, ਕ੍ਰਿਸਚਨ, ਮੁਸਲਮਾਨ। ਸਾਨੂੰ ਸਾਰਿਆਂ ਨੂੰ ਧਰਮਾਂ ਦੇ ਵਿੱਚ ਉਲਝਾ ਕੇ ਰੱਖ ਦਿੱਤਾ। ਔਰ ਤੁਸੀਂ ਇਹਦਾ ਨਤੀਜਾ ਦੇਖੋ, ਕਿਤੇ ਤੁਹਾਨੂੰ ਡਿਵੈਲਪਮੈਂਟ ਨਜ਼ਰ ਆ ਰਹੀ ਹੈ? ਪ੍ਰਚਾਰ ਤੁਸੀਂ ਕਿਵੇਂ ਕਰੋਗੇ? ਜਿਸ ਧਰਮ ਦੀ ਬਾਣੀ ਮੁੱਲ ਵੇਖਦੀ ਹੋਵੇ ਕਿ ਚੈਨਲ ਹੈਗਾ ਤੇ ਮੇਰੇ ਘਰ ਬਾਣੀ ਚੱਲਣੀ ਹੈ, ਨਹੀਂ ਤੇ ਨਹੀਂ ਚੱਲਣੀ। ਅੰਦਰ ਤੁਸੀਂ ਜਾਓ ਦਰਬਾਰ ਸਾਹਿਬ ਦੇ ਵਿੱਚ, ਕੈਮਰਾ ਤੱਕ ਨਹੀਂ ਤੁਹਾਨੂੰ ਔਨ ਕਰਨ ਦਿੱਤਾ ਜਾਂਦਾ। ਔਰ ਲੋਕੋ ਪੁੱਛੇ ਨਾ ਵੀ ਭਾਈ ਰੋਟੀ ਜ਼ਰੂਰੀ ਹੈ ਕਿ ਧਰਮ ਜ਼ਰੂਰੀ, ਮੈਂ ਕਹਿਣਾ ਰੋਟੀ ਦਿਓ ਯਾਰ। ਖਾਣਾ ਹੀ ਨਹੀਂ ਹੋਊਗਾ, ਪੜ੍ਹਾਈ ਨਹੀਂ ਹੋਊਗੀ, ਇਕੱਲੇ ਤੁਸੀਂ ਧਰਮ ਦੇ ਸਿਰ ਤੇ ਵੀ ਸਰਵਾਈਵ ਨਹੀਂ ਨਾ ਕਰ ਸਕਦੇ। ਕੌਣ ਲੋਕ ਆ ਤੇ ਕਿਸ ਹੌਸਲੇ ਦੀ ਬਿਨਾਂ ਦੇ ਉੱਤੇ ਜਿਹੜੇ ਲਗਾਤਾਰ ਆ ਇਹ ਬੇਅਦਬੀਆਂ ਲਗਾਤਾਰ ਹੁੰਦੀਆਂ? ਤੁਸੀਂ ਮੈਨੂੰ ਕੋਈ ਵੀ ਇਸ਼ੂ ਦੱਸ ਦਿਓ ਜਿਹਦੇ ਵਿੱਚ ਦੇਸ਼ ਦੀ ਆਮ ਜਨਤਾ ਨੂੰ ਇਨਸਾਫ ਮਿਲਿਆ ਹੋਵੇ। ਬੇਅਦਬੀ ਦਾ ਇਸ਼ੂ ਸੀਗਾ, ਉਹਦੇ ਤੇ ਇਨਸਾਫ ਅੱਜ 7 ਸਾਲਾਂ ਤੋਂ ਨਹੀਂ ਮਿਲਿਆ। ਔਰ ਬਦਕਿਸਮਤੀ ਹੈ, 3 ਸਰਕਾਰਾਂ ਬਦਲੀਆਂ। ਗੁਰੂ ਗ੍ਰੰਥ ਸਾਹਿਬ ਤੇ ਗੁਰੂ ਮਹਾਰਾਜ ਤੇ ਰੱਬ ਹੈਗੇ ਨੇ। SGPC ਵੀ ਆਪਣੇ ਆਪ ਦੇ ਵਿੱਚ ਇੱਕ ਖੁਦਾ ਬਣੀ ਬੈਠੀ ਹੈ। 84 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਨੇ 5 ਵਾਰੀ ਸਰਕਾਰ 84 ਦੇ ਸਿਰ ਤੇ ਬਣਾਈ ਜੀ ਕਿ 84 ਅਸੀਂ ਇਨਸਾਫ ਦੇਵਾਂਗੇ। ਆਇਆ 5 ਵਾਰੀ। ਤੇ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਸਿਰ ਤੇ 2-3 ਇਲੈਕਸ਼ਨਾਂ ਨਹੀਂ ਲੜੂਗਾ। ਉਹ MP ਵੀ ਬੇਅਦਬੀ ਦੇ ਸਿਰ ਤੇ ਜਿੱਤੇ, ਉਹ ਕਾਉਂਸਲਰਸ ਵੀ ਬੇਅਦਬੀ ਦੇ ਸਿਰ ਤੇ ਜਿੱਤੇ। ਧਰਮ ਪ੍ਰਚਾਰ ਕਮੇਟੀ ਦਾ ਬਹੁਤ ਵੱਡਾ ਬਜਟ ਜੀ ਖਰਚ ਕੀਤਾ ਜਾਂਦਾ ਹੈ, ਪਰ ਤੁਹਾਨੂੰ ਕਿਤੇ ਧਰਮ ਪ੍ਰਚਾਰ ਨਜ਼ਰ ਆਉਂਦਾ? ਸ਼੍ਰੋਮਣੀ ਕਮੇਟੀ ਨੇ ਕੋਈ ਬੱਚਿਆਂ ਨੂੰ ਸਿੱਖਿਆ ਫ੍ਰੀ ਦਿੱਤੀ, ਕੋਈ ਕੋਚਿੰਗ ਸੈਂਟਰ ਖੋਲੇ, ਡਾਕਟਰ ਬਣਾਉਣੇ ਤੇ ਇੰਨੇ ਲੁੱਟਦੇ ਹੋ ਤੇ ਹਾਈ ਕੋਰਟ ਦੇ ਜੱਜ ਸਰਦਾਰ ਕਿੱਥੋਂ ਲੱਭਣਗੇ? ਸੁਖਬੀਰ ਬਾਦਲ ਇੱਕ ਦਿਨ ਮਾਰਚ ਕੱਢਦੇ ਨੇ ਕਿ ਸ਼੍ਰੋਮਣੀ ਕਮੇਟੀ ਬਚਾਉਣੀ ਹੈ। ਬਚਾਉਣੀ ਕਿੱਥੋਂ ਹੈ ਯਾਰ? ਤੁਹਾਡੇ ਤੋਂ ਤੇ ਬਚਾਉਣੀ ਸੀਗੀ। ਪਿੰਡਾਂ 'ਚ ਤੁਸੀਂ SGPC ਕੋਲੋਂ ਗ੍ਰਾਂਟ ਗੁਰਦੁਆਰਿਆਂ ਦੇ ਨਾਂ ਤੇ ਜਾਰੀ ਕਰਾਉਂਦੇ ਹੋ। 25000 ਆ ਗੁਰਦੁਆਰੇ ਨੂੰ, 25000 ਦੇ ਭਾਂਡੇ। ਉਹਨਾਂ ਗ੍ਰਾਂਟਾਂ ਦੇ ਲੋਕਾਂ ਦੇ ਚੜਾਵੇ ਦੀ ਲੋਕ ਸ਼ਰਾਬ ਪਿਆਉਂਦੇ ਨੇ। ਲਿਖ ਕੇ ਦੇ ਸਕਦਾ ਕਿ 3 ਸਟੇਟ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ, ਹਿਮਾਚਲ, ਹਰਿਆਣਾ, ਗੁਜਰਾਤ। ਤਿੰਨਾਂ 'ਚੋਂ ਕਿਤੇ ਸਰਕਾਰ ਨਹੀਂ। ਮੋਦੀ ਸਾਹਿਬ ਹਰ 15 ਦਿਨ ਬਾਅਦ ਤੁਸੀਂ ਪੱਗ ਬੰਨ੍ਹਦੇ ਹੋ ਨਾਭੀ ਰੰਗ ਦੀ, ਔਰ ਗਲ 'ਚ ਸਕਾਫ ਤੁਹਾਡੇ ਨਾਭੀ ਰੰਗ, ਮਤਲਬ ਸਿੱਖਾਂ ਦੇ ਟੌਮ ਕਰੂਜ਼ ਬਣ ਜਾਂਦੇ ਹੋ ਹਰ 15 ਦਿਨ। ਕਾਨੂੰਨ ਦੇਸ਼ ਦੇ ਉਹਨਾਂ ਸਿਆਸਤਦਾਨਾਂ ਬਣਾਉਣੇ ਨੇ ਜਿਨ੍ਹਾਂ ਖੁਦ ਲਾਰੇ ਲਾਉਣੇ ਨੇ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨਤੁਰ। ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਤੇ ਅੱਜ ਉਸ ਸ਼ਖਸੀਅਤ ਦੇ ਨਾਲ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੇ ਕਿ ਹਮੇਸ਼ਾ ਹੀ ਬਹੁਤ ਵਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਤੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਆਪਣੀ ਰਾਏ ਰੱਖਦੇ ਰਹਿੰਦੇ ਨੇ, ਨਿਧੜਕ ਹੋ ਕੇ, ਬੇਡਰ ਹੋ ਕੇ। ਪੰਜਾਬ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ, ਬਹੁਤ ਸਾਰੇ ਅਹਿਮ ਮੁੱਦੇ ਜਿਨ੍ਹਾਂ ਦੇ ਉੱਤੇ ਆਪਣੀ ਰਾਏ ਜਿਹੜੀ ਆ ਉਹ ਹਮੇਸ਼ਾ ਰੱਖਦੇ ਨੇ। ਅੱਜ ਉਹਨਾਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਅਹਿਮ ਮੁੱਦੇ ਤੇ ਇਸ ਵੇਲੇ ਬਹੁਤ ਸਾਰੀਆਂ ਅਹਿਮ ਗਤੀਵਿਧੀਆਂ ਜਿਨ੍ਹਾਂ ਦੇ ਉੱਤੇ ਹਰ ਪੰਜਾਬੀ ਚਰਚਾ ਕਰਦਾ ਹੈ ਤੇ ਹਰ ਪੰਜਾਬੀ ਉਹਨਾਂ ਦੇ ਮੂੰਹੋਂ ਜਿਹੜੀ ਆ ਹਮੇਸ਼ਾ ਉਹਨਾਂ ਦੀ ਰਾਏ ਜਿਹੜੀ ਆ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਅੱਜ ਔਨ 에ਅਰ ਦੇ ਜ਼ਰੀਏ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਬਹੁਤ ਸਾਰੀਆਂ ਅਹਿਮ ਚੀਜ਼ਾਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਕਰਦੇ ਹਾਂ ਸਵਾਗਤ ਮਨਦੀਪ ਮੰਨਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਧੰਨਵਾਦ ਰਮਨ, ਤੁਹਾਡਾ ਵੀ ਧੰਨਵਾਦ ਤੇ ਤੁਹਾਡੇ ਚੈਨਲ ਔਨ 에ਅਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਇਸ ਵੇਲੇ ਸਭ ਤੋਂ ਅਹਿਮ ਮੁੱਦਾ ਜਿਹੜਾ ਜਿਹਦੇ ਨਾਲ ਹਰ ਪੰਜਾਬੀ ਬਹੁਤ ਸੰਵੇਦਨਸ਼ੀਲਤਾ ਦੇ ਨਾਲ ਜੁੜਿਆ ਹੋਇਆ ਉਹ ਹੈ ਬੇਅਦਬੀ ਦਾ। ਵੈਸੇ ਤਾਂ ਬੇਅਦਬੀ ਦਾ ਜਿਹੜਾ ਮੁੱਦਾ ਉਹ ਬਹੁਤ ਸਾਲਾਂ ਤੋਂ ਹੀ, ਕਿਉਂਕਿ ਬਾਈਬਲ ਕਲਾਂ ਤੋਂ ਹੀ ਜੁੜਿਆ ਹੋਇਆ, ਪਰ ਕਿਉਂਕਿ ਇਹ ਉਹ ਨਿਆਂ ਸਾਨੂੰ ਅਜੇ ਤੱਕ ਮਿਲਿਆ ਨਹੀਂ ਆ ਤੇ ਹੁਣ ਅਜੇ ਵੀ ਜਿਹੜੀਆਂ ਬੇਅਦਬੀਆਂ ਲਗਾਤਾਰ ਹੋਈਆਂ ਜਾ ਰਹੀਆਂ। ਕਿਉਂਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਬੈਠੇ ਹੋਏ ਹਾਂ ਤੇ ਇਸ ਹਲਕੇ ਦੇ ਵਿੱਚ ਹੀ ਪਿਛਲੇ ਜਿਹੜੇ ਥੋੜੇ ਦਿਨਾਂ ਦੇ ਵਿੱਚ 1 ਹਫ਼ਤੇ ਦੇ ਦੌਰਾਨ 2-3 ਬੇਅਦਬੀਆਂ ਲਗਾਤਾਰ ਅੱਗੜ ਪਿੱਛੜ ਹੋਣ ਦੀ ਕੋਸ਼ਿਸ਼ ਹੋਈ। ਪਹਿਲਾਂ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਆ ਜਾਂਦੇ ਆ, ਕੌਣ ਲੋਕ ਆ ਤੇ ਕਿਸ ਹੌਸਲੇ ਦੀ ਬਿਨਾਂ ਦੇ ਉੱਤੇ ਜਿਹੜੇ ਲਗਾਤਾਰ ਆ ਇਹ ਬੇਅਦਬੀਆਂ ਲਗਾਤਾਰ ਹੁੰਦੀਆਂ ਤੇ ਫਿਰ ਜਦੋਂ ਲੋਕ ਫੜੇ ਜਾਂਦੇ ਆ ਤੇ ਸਰਟੀਫਿਕੇਟ ਉਹਨਾਂ ਦੇ ਨਾਲ ਹੀ ਹੁੰਦੇ ਆ ਜੀ ਇਹ ਤਾਂ ਮਾਨਸਿਕ ਰੋਗੀ ਆ, ਉਹ ਨਿਆਂ ਨਹੀਂ ਮਿਲੇ, ਸੰਘਰਸ਼ ਇੰਨੇ ਵੱਡੇ ਹੋਏ ਆ ਤੇ ਇਹ ਕਿਸ ਹੌਸਲੇ ਦੇ ਉੱਤੇ? ਦੇਖੋ, ਇਸ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ, ਪਰ ਬੇਅਦਬੀ ਨੂੰ ਰੋਕਣ ਲਈ, ਬੇਅਦਬੀ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਹੋਵੇ, ਚਾਹੇ ਰਾਮਾਇਣ ਦੀ ਹੋਵੇ, ਚਾਹੇ ਗੀਤਾ, ਬਾਈਬਲ, ਕੁਰਾਨ ਦੀ ਕਿਸੇ ਦੀ ਵੀ ਹੋਵੇ, ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਤਲਬ ਇਸ਼ੂ ਨੇ। ਲੋਕ ਮੰਨਦੇ ਨੇ, ਲੋਕ
ਇੱਕ ਸਭ ਤੋਂ ਵੱਡੀ ਜਿਹੜੀ ਆਸ ਲੋਕਾਂ ਨੂੰ ਹੁੰਦੀ ਉਹ ਰੱਬ ਤੋਂ ਹੁੰਦੀ ਆ ਜੀ। ਇਹ ਲੋਕਾਂ ਦੇ ਰੱਬ ਨੇ, ਮਤਲਬ ਜਿਨ੍ਹਾਂ ਨੂੰ ਲੋਕ ਮੰਨਦੇ ਨੇ, ਜਿੱਥੋਂ ਆਪਣੀਆਂ ਮੁਰਾਦਾਂ ਮੰਗਦੇ ਨੇ। ਪੂਰੀਆਂ ਹਰ ਬੰਦੇ ਦੀ ਮੁਰਾਦ ਪੂਰੀ ਨਹੀਂ ਹੁੰਦੀ, ਪਰ ਸਾਡੀ ਸ਼ਰਧਾ ਇਹਨਾਂ ਨਾਲ ਜੁੜੀ ਹੈ। ਜੀ। ਬੇਅਦਬੀ ਕਰਨ ਵਾਲੇ ਹਰ ਧਰਮ ਦੇ ਵਿੱਚ, ਇਹ ਨਹੀਂ ਕਿ ਜ਼ਰੂਰੀ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਤੇ ਮੇਰੇ ਵਰਗੇ ਲੋਕ ਸਾਰੇ ਹੀ ਹੋਣਗੇ ਕਿ ਸਾਰੇ ਧਰਮਾਂ ਨੂੰ ਮੰਨਣਗੇ। ਕਈ ਆਪਣੇ ਧਰਮ ਨੂੰ ਬੜਾ ਉੱਚਾ ਮੰਨਦੇ ਨੇ, ਬਾਕੀਆਂ ਨੂੰ ਨੀਵਾਂ ਮੰਨਦੇ ਨੇ, ਉਹਨਾਂ ਦੇ ਵਿੱਚ ਬੇਅਦਬੀ ਕਰਨ ਵਾਲੇ ਲੋਕ ਵੀ ਨੇ। ਪਰ ਸ਼ਾਇਦ ਜੇ ਤੁਹਾਨੂੰ ਯਾਦ ਹੋਊਗਾ ਤਾਂ ਮੈਂ ਇੱਕ ਵਾਰੀ ਪਹਿਲਾਂ ਵੀ ਐਸਜੀਪੀਸੀ ਨੂੰ ਰਾਏ ਦਿੱਤੀ ਸੀਗੀ। ਰੱਬ ਤੇ ਹੈਗਾ ਹੀ ਆ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਮਹਾਰਾਜ ਤੇ ਰੱਬ ਹੈਗੇ ਨੇ। ਐਸਜੀਪੀਸੀ ਵੀ ਆਪਣੇ ਆਪ ਦੇ ਵਿੱਚ ਇੱਕ ਖੁਦਾ ਬਣੀ ਬੈਠੀ ਆ, ਮਤਲਬ ਵੀ ਉਹ ਚੰਗੀ ਚੀਜ਼ ਜਾਂ ਰਾਏ ਤੇ ਤੁਹਾਨੂੰ ਕੋਈ ਵੀ ਦੇ ਸਕਦਾ, ਉਹਦੇ 'ਚ ਤੁਹਾਡਾ ਹੰਕਾਰ ਥੋੜੀ ਹੋਣਾ ਚਾਹੀਦਾ। ਉਹ ਅਦਨਾ ਜਿਹਾ ਬੰਦਾ ਵੀ ਦੇ ਸਕਦਾ। ਜਦੋਂ ਇਹ ਬੇਅਦਬੀਆਂ ਸ਼ੁਰੂ ਹੋਈਆਂ ਸੀਗੀਆਂ, ਜਦੋਂ ਬੜਾ ਵੱਡਾ ਇਸ਼ੂ 7 ਸਾਲ ਪਹਿਲਾਂ ਚੁੱਕਿਆ ਗਿਆ ਸੀਗਾ, 328 ਸਰੂਪ ਜਿਹੜੇ ਗਾਇਬ ਨੇ, ਜਿਨ੍ਹਾਂ ਲਈ ਭਾਈ ਬਲਦੇਵ ਸਿੰਘ ਵਡਾਲਾ ਨੇ ਲਗਾਤਾਰ ਮੇਰੇ ਖਿਆਲ 1.25 ਸਾਲ ਤੋਂ ਧਰਨਾ ਦਿੱਤਾ ਹੋਇਆ। ਇਸ਼ੂ ਇਹ ਨਹੀਂ ਹੈ ਕਿ ਉਹ ਸਰੂਪ ਜਿਹੜੇ ਨੇ ਮਤਲਬ ਉਹ ਗਾਇਬ ਕਿਉਂ ਹੋਏ। ਇਸ਼ੂ ਇਹ ਹੈ ਕਿ ਉਹ ਕਿਹੜੀ ਜਗ੍ਹਾ ਦੇ ਉੱਤੇ ਪਏ ਨੇ, ਕੀ ਉਹਨਾਂ ਦੀ ਬੇਅਦਬੀ ਨਹੀਂ ਹੋ ਰਹੀ। ਮੈਂ ਇਹਨਾਂ ਨੂੰ ਇੱਕ ਰਾਏ ਦਿੱਤੀ ਸੀ ਕਿ ਜਦੋਂ ਐਸਜੀਪੀਸੀ ਦੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਹੁੰਦੀ ਹੈ, ਉਹਦੇ ਉੱਤੇ ਤੁਸੀਂ ਇੱਕ ਆਪਣਾ ਕਾਨੂੰਨ ਬਣਾਓ ਜਾਂ ਜੋ ਵੀ ਉਹਨੂੰ ਪਾਸ ਕਰਾਓ ਕਿ ਉਹਦੀ ਅਕਾਊਂਟੇਬਿਲਟੀ ਕੀਤੀ ਜਾਵੇ ਵੀ ਕਿਹਦੇ ਘਰ ਗੁਰੂ ਗ੍ਰੰਥ ਸਾਹਿਬ ਹੈ। ਲੋਕਾਂ ਦੇ ਘਰਾਂ 'ਚ ਪ੍ਰਕਾਸ਼ ਹੈ, ਲੋਕ ਬੜੀ ਸ਼ਰਧਾ ਨਾਲ ਮਤਲਬ ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਨੇ, ਪਰ ਇਹਦੀ ਜਾਣਕਾਰੀ ਐਸਜੀਪੀਸੀ ਕੋਲ ਹੋਣੀ ਚਾਹੀਦੀ ਹੈ। ਜੇ ਤੁਸੀਂ ਇੱਕਦਮ ਕੋਈ ਪਤਾ ਨਹੀਂ ਕਰ ਸਕਦੇ ਤੁਹਾਡੇ ਘਰ ਪਿਆ, ਐਸਜੀਪੀਸੀ ਨੂੰ ਕਿੱਦਾਂ ਪਤਾ ਲੱਗੂਗਾ? ਤੁਸੀਂ ਬਤੌਰ ਇੱਕ ਇਸ਼ਤਿਹਾਰ ਦਿਓ, ਤੁਸੀਂ ਇਹਦਾ ਪ੍ਰਚਾਰ ਕਰੋ ਕਿ ਜਿਹਦੇ ਘਰ ਦੇ ਵਿੱਚ ਹੈਗਾ ਸਾਨੂੰ ਉਹ ਨੋਟ ਕਰਾਇਆ ਜਾਵੇ। ਤੇ ਜਿਹੜੇ ਸ਼ਰਧਾ ਨਾਲ ਜਿਨ੍ਹਾਂ ਗੁਰੂ ਮਹਾਰਾਜ ਦਾ ਸਰੂਪ ਰੱਖਿਆ ਉਹ ਤੁਹਾਨੂੰ ਦੱਸਣਗੇ, ਕਿਉਂ ਨਹੀਂ ਦੱਸਣਗੇ? ਤੁਹਾਨੂੰ ਜੇ ਨਹੀਂ ਕੋਈ ਦੱਸੂਗਾ ਤੇ ਉਹਦੇ ਮਨ ਦੇ ਵਿੱਚ ਕੋਈ ਚੋਰ ਹੋਊਗਾ ਜਾਂ ਉਹਦੇ ਮਨ ਦੇ ਵਿੱਚ ਕੋਈ ਜਿਹੀ ਚੀਜ਼ ਹੋਊਗੀ, ਪਰ ਉਸ ਪਾਸੇ ਧਿਆਨ ਹੀ ਨਹੀਂ ਦਿੱਤਾ ਗਿਆ। ਤੁਹਾਨੂੰ ਪਤਾ ਲੱਗੇ ਵੀ ਕਿਹਦੇ ਘਰ ਗੁਰੂ ਗ੍ਰੰਥ ਸਾਹਿਬ ਹੈ, ਤੁਸੀਂ ਮਤਲਬ ਉਹਦੀ ਦੇਖ ਰੇਖ ਵੀ ਕਰ ਸਕੋ, ਉਹਦੀ ਇਨਸਪੈਕਸ਼ਨ ਵੀ ਜਦੋਂ ਮਰਜ਼ੀ ਕਰ ਸਕੋ, ਪਰ ਕੁਝ ਵੀ ਨਹੀਂ ਕੀਤਾ ਗਿਆ। ਔਰ ਦੂਜੀ ਚੀਜ਼ ਮੈਂ ਤੁਹਾਨੂੰ ਇਸ਼ੂ ਦੱਸਣ ਲੱਗਾ, ਕੱਲਾ ਬੇਅਦਬੀ ਦਾ ਇਸ਼ੂ ਨਹੀਂ ਹੈਗਾ ਜੀ। ਤੁਸੀਂ ਮੈਨੂੰ ਕੋਈ ਵੀ ਇਸ਼ੂ ਦੱਸ ਦਿਓ ਜਿਹਦੇ ਵਿੱਚ ਦੇਸ਼ ਦੀ ਆਮ ਜਨਤਾ ਨੂੰ ਇਨਸਾਫ ਮਿਲਿਆ ਹੋਵੇ। ਬੇਅਦਬੀ ਦਾ ਇਸ਼ੂ ਸੀਗਾ, ਉਹਦੇ ਤੇ ਇਨਸਾਫ ਅੱਜ 7 ਸਾਲਾਂ ਤੋਂ ਨਹੀਂ ਮਿਲਿਆ। ਔਰ ਬਦਕਿਸਮਤੀ ਹੈ 3 ਸਰਕਾਰਾਂ ਬਦਲ ਗਈਆਂ ਜੀ। ਅਕਾਲੀ ਦਲ ਵੇਲੇ ਹੁੰਦਾ, ਕਾਂਗਰਸ 5 ਸਾਲ ਹੰਢਾ ਗਈ ਆਪਣੇ, ਇਹ ਹੁਣ 1 ਸਾਲ ਤੋਂ ਬਣ ਕੇ ਮਤਲਬ ਸਾਲ ਦੇ ਕਰੀਬ ਇਹਨਾਂ ਨੂੰ ਬਣਿਆ ਨੂੰ ਹੋ ਗਏ। ਇਨਸਾਫ 3 ਸਰਕਾਰਾਂ ਦੇ ਵਿੱਚ ਨਹੀਂ ਮਿਲਿਆ। ਕੱਲਾ ਬੇਅਦਬੀ ਦਾ ਇਸ਼ੂ ਨਹੀਂ ਹੈ, ਇੱਥੇ 150 ਬੰਦਾ ਸ਼ਰਾਬ ਪੀ ਕੇ ਮਰਿਆ ਸੀਗਾ। ਛੋਟੇ ਲੋਕਾਂ ਨੂੰ ਫੜ ਲਿਆ ਗਿਆ ਜਿਹੜੇ ਸ਼ਰਾਬ ਵੇਚਦੇ ਸੀ। ਉਹਦੇ ਪਿੱਛੇ ਮਾਫੀਆ ਕੌਣ ਸੀਗਾ? ਵੱਡੇ ਲੋਕ ਹੁੰਦੇ ਨੇ। ਕੀ ਉਹ ਇਨਸਾਫ ਮਿਲਿਆ ਲੋਕਾਂ ਨੂੰ? ਬਟਾਲੇ ਦੇ ਵਿੱਚ 26 ਬੰਦੇ ਬਲਾਸਟ 'ਚ ਮਰ ਗਏ ਸੀਗੇ ਕਿ ਉਹ ਉਸ ਜਗ੍ਹਾ ਦੇ ਉੱਤੇ ਫੈਕਟਰੀ ਲਾਈ ਕੋ ਗਈ ਵਿਸਫੋਟਕ, ਕਿਸੇ ਐਸਐਚਓ ਨੂੰ, ਕਿਸੇ ਐਸਡੀਐਮ ਨੂੰ, ਕਿਸੇ ਡੀਸੀ ਨੂੰ ਉਹਦੇ ਵਿੱਚ ਕੋਈ ਸਜ਼ਾ ਮਿਲੀ। ਰੇਲ ਹਾਦਸਾ ਹੋਇਆ ਸੀਗਾ, ਮਤਲਬ 100 ਦੇ ਕਰੀਬ ਬੰਦਾ ਮਰ ਗਿਆ। ਇਨਸਾਫ ਤੁਸੀਂ ਸਭ ਤੋਂ ਵੱਡਾ ਇਨਸਾਫ ਲਾ ਲਓ 84 ਦਾ, 40 ਸਾਲ ਹੋ ਗਏ ਨੇ ਇਨਸਾਫ ਮਿਲਿਆ। ਮੈਂ ਤੁਹਾਡੇ ਹੀ ਚੈਨਲ ਤੇ ਕਿਹਾ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਕਿ 84 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਨੇ 5 ਵਾਰੀ ਸਰਕਾਰ 84 ਦੇ ਸਿਰ ਤੇ ਬਣਾਈ ਕਿ 84 ਅਸੀਂ ਇਨਸਾਫ ਦਵਾਂਗੇ। ਆਇਆ 5 ਵਾਰੀ ਤੇ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਸਿਰ ਤੇ 2-3 ਇਲੈਕਸ਼ਨਾਂ ਨਹੀਂ ਲੜੂਗਾ। ਉਹ ਐਮਪੀ ਵੀ ਬੇਅਦਬੀ ਦੇ ਸਿਰ ਤੇ ਜਿੱਤੇ, ਉਹ ਕਾਉਂਸਲਰਸ ਵੀ ਬੇਅਦਬੀ ਦੇ ਸਿਰ ਤੇ ਜਿੱਤੇ, ਪ੍ਰਚਾਰ ਕਰਕੇ ਉਹ ਜ਼ਿਲ੍ਹਾ ਪ੍ਰੀਸ਼ਦ ਵੀ ਬੇਅਦਬੀ ਦੇ ਉੱਤੇ ਜਿੱਤੇ। ਇਨਸਾਫ ਕਿਤੇ ਵੀ ਨਹੀਂ ਮਿਲਿਆ। ਔਰ ਤੁਸੀਂ ਕੀ ਲੱਗਦਾ ਮੈਨੂੰ ਅੱਗੋਂ ਵੀ ਕੋਈ ਮਿਲਣ ਦੀ ਮਤਲਬ ਆਸ ਨਹੀਂ ਹੈਗੀ ਇਹਦੇ ਵਿੱਚ। ਪਰ ਜਿਹੜਾ ਤੁਸੀਂ ਇੱਕ ਹੱਲ ਬੜਾ ਸੋਹਣਾ ਦੱਸਿਆ, ਮਾਫ ਕਰਨਾ ਮੈਂ ਤੁਹਾਡੀ ਗੱਲ ਟੋਕ ਦਿੱਤੀ, ਇਹ ਵਾਕਈ ਬਹੁਤ ਸੋਹਣਾ ਹੱਲ ਹੈ। ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਹਾਂ ਤੇ ਲਾਇਬ੍ਰੇਰੀਆਂ ਨੇ ਇੱਕ ਬਹੁਤ ਸੋਹਣਾ ਰੂਲ ਸੈੱਟ ਕੀਤਾ ਹੋਇਆ ਹੁੰਦਾ, ਤੇ ਉਹਦੇ ਵਿੱਚ ਜੇ 1000 ਬੱਚਾ ਵੀ ਸਕੂਲ ਦੇ ਜਾਂ ਕਾਲਜ ਦੇ ਵਿੱਚ ਪੜ੍ਹਦਾ ਤੇ ਹਰ ਇੱਕ ਦਾ ਟੀਚਰ ਨੂੰ ਪਤਾ ਹੁੰਦਾ, ਲਾਇਬ੍ਰੇਰੀਅਨ ਨੂੰ, ਕਿ ਕਿਹੜੀ ਚੀਜ਼ ਕਿਹਦੇ ਕੋਲ ਆ। ਤੇ ਇਹ ਇੱਕ ਬੜਾ ਸੋਹਣਾ ਇੱਕ ਤਰੀਕਾ ਹੋ ਸਕਦਾ। ਕੀ ਕਾਰਨ ਆ ਕਿ ਐਸਜੀਪੀਸੀ ਕੋਲੇ ਤਾਂ ਇੱਕ ਬਹੁਤ ਸੋਹਣੇ ਤਰੀਕੇ ਦੇ ਨਾਲ ਬਜਟ ਦੀ ਕੋਈ ਦਿੱਕਤ ਨਹੀਂ ਆ, ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆ। ਕਿਉਂ ਜਿਹੜਾ ਇਹ ਇੱਕ ਬਹੁਤ ਸੋਹਣਾ ਹੱਲ ਜਿਹਦੇ ਵੱਲ ਧਿਆਨ ਜਿਹੜਾ ਐਸਜੀਪੀਸੀ ਦਾ ਨਹੀਂ ਜਾ ਰਿਹਾ, ਜਾਂ ਕਿਉਂ ਧਿਆਨ ਦੇਣਾ ਨਹੀਂ ਚਾਹੁੰਦੀ ਐਸਜੀਪੀਸੀ ਇਹਦੇ ਵੱਲ? ਤੁਸੀਂ ਕਿਸੇ ਵੀ ਮਤਲਬ ਕਾਨੂੰਨ ਨੂੰ ਲਾਗੂ ਕਰਾਉਣਾ ਤੇ ਉਹਦਾ ਪ੍ਰਚਾਰ ਵੀ ਜ਼ਰੂਰੀ ਹੈ, ਲੋਕਾਂ ਨੂੰ ਸਮਝਾਉਣਾ ਵੀ ਜ਼ਰੂਰੀ ਹੈ, ਔਰ ਉਸ ਤੋਂ ਬਾਅਦ ਉਹਦੇ ਤੇ ਸਖਤੀ ਵੀ ਜ਼ਰੂਰੀ ਹੈ। ਐਸਜੀਪੀਸੀ ਨੂੰ ਇਹਦਾ ਪ੍ਰਚਾਰ ਕਰਨਾ ਚਾਹੀਦਾ ਕਿ ਆ ਜਿਹਦੇ ਘਰ ਗੁਰੂ ਮਹਾਰਾਜ ਦਾ ਸਰੂਪ ਹੈ ਸਾਨੂੰ ਆਪ ਇੰਟੀਮੇਟ ਕਰਨ ਆ ਕੇ 2-3 ਵਾਰੀ ਸਮਾਂ ਦੇਣਾ ਚਾਹੀਦਾ। ਉਸ ਤੋਂ ਬਾਅਦ ਕੋਈ ਕਾਨੂੰਨ ਬਣਨਾ ਚਾਹੀਦਾ ਕਿ ਜੇ ਤੁਸੀਂ ਜਾਣ ਬੁੱਝ ਕੇ ਸਾਨੂੰ ਦੱਸਿਆ ਨਹੀਂ ਤੇ ਤੁਹਾਡੇ ਉੱਤੇ ਸਖਤ ਜਿਹੜਾ ਐਕਸ਼ਨ ਵੀ ਲਿਆ ਜਾ ਸਕਦਾ, ਕੋਈ ਕੇਸ ਵੀ ਰਜਿਸਟਰਡ ਹੋ ਸਕਦਾ। ਪਰ ਕਰਨਾ ਹੀ ਕੋਈ ਨਹੀਂ ਨਾ ਚਾਹੁੰਦਾ। ਮਤਲਬ ਹਰ ਬੰਦੇ ਨੂੰ ਆਪਣੀ ਦੁਕਾਨਦਾਰੀ ਦੀ ਪਈ ਹੈ। ਤੁਸੀਂ ਧਰਮ ਪ੍ਰਚਾਰ ਕਮੇਟੀ ਦੀ ਗੱਲ ਕੀਤੀ ਜੀ, ਮੈਂ ਪਿੱਛੇ ਜੇ ਕ੍ਰਿਸਚਨ ਦੇ ਉੱਤੇ ਬੜਾ ਮਤਲਬ ਬੋਲਿਆ ਸੀਗਾ ਕਿ ਧਰਮ ਪ੍ਰਚਾਰ ਕਮੇਟੀ ਦਾ ਬਹੁਤ ਵੱਡਾ ਬਜਟ ਜੀ ਖਰਚ ਕੀਤਾ ਜਾਂਦਾ ਹੈ, ਪਰ ਤੁਹਾਨੂੰ ਕਿਤੇ ਧਰਮ ਪ੍ਰਚਾਰ ਨਜ਼ਰ ਆਉਂਦਾ? ਪਰ ਮੈਂਬਰ ਨੂੰ ਮੇਰੇ ਖਿਆਲ 2 ਤੋਂ 3 ਲੱਖ ਰੁਪਈਆ ਵੀ ਦਿੱਤਾ ਜਾਂਦਾ। ਸੌਰੀ ਮੇਰੀ ਗਿਣਤੀ ਨਹੀਂ ਮਤਲਬ ਠੀਕ ਹੋ ਸਕਦੀ, ਲੱਖ ਵੀ ਹੋ ਸਕਦਾ ਤੇ 4 ਲੱਖ ਵੀ ਹੋ ਸਕਦਾ। ਪਰ ਮੈਂਬਰ ਨੂੰ ਸਾਲਾਨਾ ਇਹ ਪੈਸੇ ਵੀ ਦਿੱਤੇ ਜਾਂਦੇ ਨੇ। ਕੋਈ ਮੈਂਬਰ ਤੁਸੀਂ ਧਰਮ ਪ੍ਰਚਾਰ ਕਰਦਾ ਵੇਖਿਆ?
ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਲੜ ਰਹੇ ਹਾਂ ਯਾਰ ਈਸਾਈਆਂ ਨਾਲ, ਤੁਸੀਂ ਕ੍ਰਿਸਚਨ ਸਾਡੇ ਲੋਕਾਂ ਨੂੰ ਕਨਵਰਟ ਕਰ ਰਹੇ ਹੋ, ਪਰ ਇਹਨੂੰ ਥੋੜਾ ਗਹਿਰਾਈ 'ਚ ਜਾ ਕੇ ਦੇਖੋ ਤੇ ਸਹੀ, ਮਤਲਬ ਲੋਕ ਕਨਵਰਟ ਕਿਉਂ ਹੋ ਰਹੇ ਨੇ। ਔਰ ਜਿੰਨੀ ਕੁ ਮੈਂ ਸਟੱਡੀ ਕੀਤੀ, ਜਿੰਨਾ ਕੁ ਮੈਂ ਇਹਨੂੰ ਘੋਖਿਆ ਵਾਚਿਆ, ਮੈਨੂੰ ਲੱਗਾ ਕਿ ਜਿੰਨਾ ਐਸੀ ਭਾਈਚਾਰਾ ਉਹ ਜ਼ਿਆਦਾ ਕਨਵਰਟ ਹੋ ਰਿਹਾ, ਕਿਉਂਕਿ ਕਈ ਪਿੰਡਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਐਸੀ ਭਾਈਚਾਰੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਾਂਦਾ, ਕਿਤੇ ਗੁਰਦੁਆਰੇ ਦੇ ਵਿੱਚ ਪਾਠੀ ਨਹੀਂ ਲਾਇਆ ਜਾਂਦਾ, ਜਾਂ ਕਈ ਥਾਂ ਤੇ ਇਹੋ ਜਿਹੀਆਂ ਸ਼ਿਕਾਇਤਾਂ ਆਈਆਂ ਕਿ ਬਰਤਨ ਨੂੰ ਹੱਥ ਲੱਗਦੇ ਤੇ ਕੁੱਟਿਆ ਜਾਂਦਾ ਉਹਨਾਂ ਨੂੰ, ਕਿਤੇ ਗੁਰੂ ਮਹਾਰਾਜ ਦਾ ਸਰੂਪ ਹੀ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਵਿਆਹ ਸ਼ਾਦੀਆਂ ਦੇ ਉੱਤੇ। ਫਿਰ ਉਹ ਕਹਿੰਦੇ ਨੇ ਵੀ ਭਾਈ ਚਲੋ ਗੁਰੂ ਤੁਹਾਡਾ ਹੀ ਆ ਨਾ, ਤੇ ਅਸੀਂ ਫਿਰ ਉਧਰ ਹੀ ਚੱਲ ਜਾਂਦੇ ਆ। ਇਹਦਾ ਪ੍ਰਚਾਰ ਕਰਨਾ ਚਾਹੀਦਾ। ਤੁਸੀਂ ਦੇਖੋ ਅਸੀਂ ਗੱਲਾਂ ਕਰਦੇ ਆ ਆਰਐਸਐਸ ਨੂੰ, ਅਸੀਂ ਗਾਲਾਂ ਕੱਢਦੇ ਰਹਿੰਦੇ ਆ ਸਾਰੇ, ਉਹ ਇੱਕ ਟੀਚਾ ਲੈ ਕੇ ਚੱਲੀ 60-70 ਸਾਲ ਤੋਂ, ਅੱਜ ਉਹ ਕੰਪਲੀਟ ਨਜ਼ਰ ਆ ਰਿਹਾ ਉਹਨਾਂ ਦਾ, ਉਹਨਾਂ ਪੂਰੇ ਤੁਹਾਡੇ ਦੇਸ਼ ਦੇ ਵਿੱਚ ਕਬਜ਼ਾ ਕਰ ਲਿਆ, ਤੁਹਾਡੇ ਪੰਜਾਬ 'ਚ ਵੀ ਉਹਨਾਂ ਦਾ ਪੂਰਾ ਮਤਲਬ ਹੋਲਡ ਹੈ, ਸਰਕਾਰ ਜਿਹਦੀ ਮਰਜ਼ੀ ਹੋਵੇ ਉਹਨਾਂ ਦਾ ਕਬਜ਼ਾ। ਤੁਸੀਂ ਦੇਖੋ ਅੱਜ ਤੋਂ ਪਹਿਲਾਂ ਤੁਹਾਨੂੰ ਕਈ ਅਫਸਰ ਸਾਰੇ ਪੰਜਾਬੀ ਨਜ਼ਰ ਆਉਂਦੇ ਸੀਗੇ, ਅੱਜ ਤੁਹਾਨੂੰ ਕੋਈ ਵੱਡੀ ਪੋਸਟ ਦੇ ਉੱਤੇ ਇਕੱਲੇ ਧਰਮ ਨਾਲ ਨਹੀਂ ਸਰਵਾਈਵ ਕੀਤਾ ਜਾ ਸਕਦਾ। ਹਾਂ, ਧਰਮ ਦੀ ਬਹੁਤ ਇੱਜ਼ਤ ਹੈ, ਧਰਮ ਬਚਾਉਣਾ ਚਾਹੀਦਾ, ਪਰ ਇਹਦੇ ਨਾਲ ਹੋਰ ਬਹੁਤ ਸਾਰੇ ਇਸ਼ੂ ਨੇ। ਬੱਚਿਆਂ ਦੀ ਐਜੂਕੇਸ਼ਨ, ਆਰਐਸਐਸ ਨੇ ਆਪਣੇ ਕੋਚਿੰਗ ਸੈਂਟਰ ਖੋਲੇ। ਇੱਕ ਦਿਨ ਸੁਖਬੀਰ ਬਾਦਲ ਜੀ ਕਹਿੰਦੇ ਨੇ ਹਾਈ ਕੋਰਟ 'ਚ ਕੋਈ ਜੱਜ ਸਰਦਾਰ ਨਹੀਂ ਹੈਗਾ ਜੀ, ਤੇ ਮੈਂ ਸਵਾਲ ਕੀਤਾ ਸੀ ਕਿ ਇਹਦਾ ਕਸੂਰਵਾਰ ਕੌਣ ਹੈ ਭਾਈ? ਸ਼੍ਰੋਮਣੀ ਕਮੇਟੀ ਨੇ ਕੋਈ ਬੱਚਿਆਂ ਨੂੰ ਸਿੱਖਿਆ ਫ੍ਰੀ ਦਿੱਤੀ, ਕੋਈ ਕੋਚਿੰਗ ਸੈਂਟਰ ਖੋਲੇ, ਡਾਕਟਰ ਬਣਾਉਣੇ ਤੇ ਇੰਨੇ ਲੁੱਟਦੇ ਹੋ, ਤੇ ਹਾਈ ਕੋਰਟ ਦੇ ਜੱਜ ਸਰਦਾਰ ਕਿੱਥੋਂ ਲੱਭਣਗੇ? ਸੋ ਉਹਨਾਂ ਨੇ ਆਪਣਾ ਪੂਰਾ ਦੇਸ਼ ਦੇ ਵਿੱਚ ਤਾਮਝਾਮ ਖੜਾ ਕਰ ਲਿਆ, ਕੋਚਿੰਗ ਸੈਂਟਰ ਉਹਨਾਂ ਦੇ ਨੇ, ਤੇ ਬੱਚੇ ਉਹਨਾਂ ਦੇ ਆਰਐਸਐਸ ਦੇ ਆਈਐਸ ਆਈਪੀਐਸ ਲੱਗਣਗੇ ਨਾ, ਜਿਨ੍ਹਾਂ ਨੇ ਸਾਰਾ ਤੰਤਰ ਚਲਾਉਣਾ, ਸਾਰਾ ਸ਼ਾਸਨ ਚਲਾਉਣਾ। ਔਰ ਸਾਡੇ ਵੱਲੋਂ ਇਹ ਉਪਰਾਲੇ ਨਹੀਂ ਕੀਤੇ ਜਾਂਦੇ, ਪੈਸੇ ਖਰਚ ਕੀਤੇ ਜਾਂਦੇ ਨੇ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ। ਸਿੱਖ ਬੱਚੇ ਨੂੰ ਵਧੀਆ ਐਜੂਕੇਸ਼ਨ, ਸਿੱਖ ਮੈਂ ਇਸ ਚੀਜ਼ 'ਚ ਪੈਂਦਾ ਹੀ ਨਹੀਂ, ਸਿੱਖ ਮੇਰੇ ਲਈ ਸਾਰੇ ਇੱਕੋ ਜਿਹੇ ਨੇ। ਤੁਸੀਂ ਮੈਨੂੰ ਮੁਸਲਮਾਨ ਕਹਿ ਲਓ, ਹਿੰਦੂ ਕਹਿ ਲਓ, ਕ੍ਰਿਸਚਨ ਕਹਿ ਲਓ, ਸਿੱਖ ਕਹਿ ਲਓ, ਸਭ ਤੋਂ ਵੱਡਾ ਮੇਰਾ ਧਰਮ ਇਨਸਾਨੀਅਤ ਹੈ, ਤੇ ਹਰ ਬੰਦੇ ਨੂੰ ਰੋਜੀ ਰੋਟੀ ਮਿਲਣੀ ਚਾਹੀਦੀ, ਇੱਜ਼ਤ ਮਾਨ ਜਿਹੜਾ ਉਹ ਮਿਲਣਾ ਚਾਹੀਦਾ। ਉਸ ਪਾਸੇ ਤੇ ਤੁਸੀਂ ਤੁਰੇ ਹੀ ਨਹੀਂ। ਤੁਹਾਡੇ ਲੋਕ ਜਿਹੜੇ ਨੇ ਉਹ ਕ੍ਰਿਸਚਨ ਬਣ ਰਹੇ ਨੇ। ਮੈਂ ਇਹਨਾਂ ਨੂੰ ਅੱਗੇ ਕਿਹਾ ਉਹ ਪੈਸੇ ਦੇ ਭੁੱਖੇ ਨਹੀਂ, ਜੋ ਮੇਰੀ ਨਜ਼ਰ 'ਚ ਆਇਆ। ਮੈਂ ਸਵਾਲ ਕੀਤਾ ਸੀਗਾ ਕਿ ਮੈਨੂੰ ਇੱਕ ਸਿੰਗਲ ਬੰਦਾ ਕਨਵਰਟ ਹੋਇਆ ਜਿਹੜਾ ਕ੍ਰਿਸਚਨ ਬਣਿਆ ਹੋਵੇ, ਉਹ ਕਨਵਰਟ ਹੋਣ ਤੋਂ ਬਾਅਦ ਮੈਨੂੰ ਅਮੀਰ ਹੋਇਆ ਵਿਖਾ ਦਿਓ। ਫਿਰ ਤੇ ਸਮਝ ਆਉਂਦੀ ਹੈ ਵੀ ਇਹਨੂੰ ਲਾਲਚ ਦਿੱਤਾ। ਹਾਂ ਠੀਕ ਹੈ, ਉਹ ਐਜੂਕੇਸ਼ਨ ਦਿੰਦੇ ਹੋਣਗੇ, ਉਹ ਐਜੂਕੇਸ਼ਨ ਦਾ ਪ੍ਰਬੰਧ ਕਰਦੇ ਹੋਣਗੇ, ਜਾਂ ਉਹ ਸਭ ਤੋਂ ਵੱਡੀ ਚੀਜ਼ ਮਾਨ ਸਨਮਾਨ ਦੀ ਹੈ ਜਿਹੜਾ ਸਾਡੀ ਐਸਜੀਪੀਸੀ ਦੇ ਨਹੀਂ ਰਹੀ। ਹੁਣ ਤੁਸੀਂ ਦੇਖੋ ਯੂਪੀ ਬਿਹਾਰ ਦੇ ਵਿੱਚ ਬੀਜੇਪੀ ਦਾ ਕਿੰਨਾ ਵੱਡਾ ਹੋਲਡ ਹੋ ਗਿਆ ਆਰਐਸਐਸ ਦਾ। ਜਿੰਨੀ ਇੱਕ ਕਿਤਾਬ ਹੈ ਮੇਰੇ ਖਿਆਲ ਰਿਪਬਲਿਕ ਆਫ ਹਿੰਦੂਤਵਾ, ਉਹਦੇ ਵਿੱਚ ਮੈਨੂੰ ਕਿਸੇ ਨੇ, ਸਾਡੇ ਸਿੱਖ ਹੀ ਨੇ ਦਿੱਲੀ ਤੋਂ, ਬੰਬੇ ਤੋਂ, ਕ੍ਰਿਕਟਰ ਸੀਗੇ ਬਲਵਿੰਦਰ ਸਿੰਘ, ਉਹਨਾਂ ਨੇ ਮੈਨੂੰ ਸੁਜੈਸਟ ਕੀਤੀ ਕਿ ਉਹਨੂੰ ਪੜ੍ਹੋ। ਮੈਂ ਥੋੜੀ ਬਹੁਤੀ ਪੜ੍ਹ ਰਿਹਾ। ਉਹਦੇ ਵਿੱਚ ਕੀ ਹੈ ਕਿ ਉਹਨਾਂ ਕਬਜ਼ਾ ਮਤਲਬ ਕਿਵੇਂ ਕੀਤਾ, ਲੋਕਾਂ ਨੂੰ ਆਪਣੇ ਨਾਲ ਕਿਵੇਂ ਲੈ ਕੇ ਆਇਆ। ਇਹ ਥੋੜੀ ਕੋਈ ਗਨ ਪੁਆਇੰਟ ਤੇ ਲੈ ਆ, ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਦੇਖੀਆਂ ਵੀ ਕੀ ਨੇ, ਕਿਸ ਚੀਜ਼ ਤੋਂ ਪੀੜਤ ਹੈ, ਇਹਨਾਂ ਨੂੰ ਐਜੂਕੇਸ਼ਨ ਠੀਕ ਨਹੀਂ ਮਿਲਦੀ, ਇਹਨਾਂ ਨੂੰ ਆਹ ਮਾਨ ਸਨਮਾਨ ਨਹੀਂ ਮਿਲਦਾ। ਉਹਨਾਂ ਨੇ ਕੋਸ਼ਿਸ਼ ਕੀਤੀ ਉਹਦੀ ਬਰਾਬਰਤਾ ਲਿਆਉਣ ਦੀ, ਚਾਹੇ ਉਹ ਟਾਇਲਟ ਹੋਵੇ ਪਿੰਡਾਂ ਦੇ ਵਿੱਚ, ਚਾਹੇ ਉਹ ਕਿਸੇ ਦਾ ਕਮਰਾ ਹੋਵੇ, ਇੱਕ ਬਰਾਬਰਤਾ ਆਮ ਲੋਕਾਂ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ, ਔਰ ਲੋਕ ਉਹਨਾਂ ਨਾਲ ਜੁੜਦੇ ਗਏ। ਸਾਡੇ ਲੋਕ ਤੇ ਘਰ ਹੀ ਕੁਛ ਨਹੀਂ ਨਾ ਰਹੇ, ਤੇ ਤੁਸੀਂ ਕਿਵੇਂ ਕਿਸੇ ਨੂੰ ਰੋਕ ਸਕਦੇ ਹੋ? ਮੈਂ ਇੱਕ ਦਿਨ ਅੱਗੇ ਗਿਆ ਸੀਗਾ ਕਿ ਲੜਾਈ ਬਹੁਤ ਚੱਲਦੀ ਹੈ ਹਿੰਦੂ, ਸਿੱਖ, ਕ੍ਰਿਸਚਨ, ਮੁਸਲਮਾਨ। ਅੱਜ ਤੁਸੀਂ ਮੈਨੂੰ ਪੁੱਛੋਗੇ ਨਾ, ਮੈਂ ਨਹੀਂ ਕਹਿੰਦਾ ਮੈਂ ਬੜਾ ਵੱਡਾ ਮਤਲਬ ਗੁਰੂ ਦਾ ਸਿੱਖ ਹਾਂ, ਮੈਂ ਮਰ ਸਕਦਾ। ਹਾਂ, ਮੈਂ ਸਮਾਜ ਦੇ ਲੋਕਾਂ ਲਈ ਮਰ ਸਕਦਾ, ਮੈਨੂੰ ਕਿਤੇ ਲੜਨਾ ਪਵੇ ਮੈਂ ਲੜਦਾ ਵੀ ਹਾਂ। ਅੱਜ ਮੇਰੇ ਬੱਚੇ ਭੁੱਖੇ ਮਰਦੇ ਹੋਣਗੇ ਕਿ ਮੈਨੂੰ ਕੋਈ ਪੁੱਛੇ ਨਾ ਵੀ ਭਾਈ ਰੋਟੀ ਜ਼ਰੂਰੀ ਹੈ ਕਿ ਧਰਮ ਜ਼ਰੂਰੀ, ਮੈਂ ਕਹਿਣਾ ਰੋਟੀ ਦਿਓ ਯਾਰ। ਮਤਲਬ ਲੋਕਾਂ ਦੀ ਰੋਜੀ ਰੋਟੀ ਦਾ ਵੀ ਪ੍ਰਬੰਧ ਕਰੋ, ਜਿਹਦੇ ਨਾਲ ਲੋਕਾਂ ਨੂੰ ਮਤਲਬ ਆਤਮ ਸਨਮਾਨ ਉਹਨਾਂ ਦੇ ਵਿੱਚ ਪੈਦਾ ਹੋਵੇ। ਇਹਨਾਂ ਮੁੱਦਿਆਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਔਰ ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ, ਮੈਂ ਤਾਂ ਸਰਕਾਰ ਨੂੰ ਕਹਿੰਦਾ ਕਿ ਜਿੰਨੇ ਵੀ ਇਸ਼ੂ ਨੇ ਤੁਹਾਡੇ ਲਈ ਤੇ ਸੰਜੀਵਨੀ ਬੂਟੀ ਬਣ ਗਏ ਯਾਰ। ਕਿਤੇ ਕੋਈ ਮਤਲਬ ਸਿੱਖ ਧਰਮ ਵਾਲੇ ਆਪਣੇ ਆਪ ਚ ਅਗਰੈਸਿਵ ਨੇ, ਜਦੋਂ ਇਨਸਾਫ ਨਹੀਂ ਮਿਲ ਰਿਹਾ ਤੇ ਲੋਕੀ ਮਤਲਬ ਫਿਰ ਸੜਕਾਂ ਤੇ ਆਉਂਦੇ ਹੀ ਨੇ ਨਾ, ਆਪਣਾ ਰੋਸ਼ ਜ਼ਾਹਰ ਕਰਦੇ ਹੀ ਨੇ। ਉਹ ਗੁੱਸਾ ਕਿਸੇ ਨਾ ਕਿਸੇ ਤੇ ਨਿਕਲਣਾ ਹੀ ਹੈ। ਆਪਸ ਚ ਕ੍ਰਿਸਚੀਅਨ, ਸਿੱਖ, ਹਿੰਦੂ, ਮੁਸਲਮਾਨ ਲੜੀ ਜਾ ਰਹੇ ਨੇ। ਸਭ ਤੋਂ ਵੱਡਾ ਸਾਧਨ ਕੀ ਹੈ? ਸੋਸ਼ਲ ਮੀਡੀਆ ਨਾ, ਫੇਸਬੁੱਕ ਹੈ, ਯੂਟਿਊਬ ਹੈ। ਤੁਸੀਂ ਸਵੇਰੇ ਹੀ ਉਹਨੂੰ ਚੈੱਕ ਕਰੋ, ਸਕਰੋਲ ਕਰੋ, ਤੇ ਸਭ ਤੋਂ ਪਹਿਲਾਂ ਖਬਰਾਂ ਆਉਂਦੀਆਂ, ਉੱਥੇ ਉਹਨੂੰ ਬੋਲ ਦਿੱਤਾ, ਉੱਥੇ ਉਹਨੂੰ ਬੋਲ ਦਿੱਤਾ। ਇਸ਼ੂ ਤੇ ਇਹ ਹੋਣੇ ਚਾਹੀਦੇ ਸੀ। 7 ਮਹੀਨਿਆਂ ਤੋਂ ਸਰਕਾਰ ਬਣੀ ਹੈ, ਕੰਮ ਕੀ ਕਰ ਰਹੀ ਹੈ, ਇਹਦੇ ਵਾਅਦੇ ਕੀ ਨੇ, ਇਹਨਾਂ ਕੀਤਾ ਕਿਉਂ ਨਹੀਂ ਕੁਛ? ਇਹ ਇਸ਼ੂ ਤੇ ਲੋਕਾਂ ਦੇ ਸਾਹਮਣੇ ਨਹੀਂ। ਸਾਨੂੰ ਸਾਰਿਆਂ ਨੂੰ ਧਰਮਾਂ ਦੇ ਵਿੱਚ ਉਲਝਾ ਕੇ ਰੱਖ ਦਿੱਤਾ। ਔਰ ਤੁਸੀਂ ਇਹਦਾ ਨਤੀਜਾ ਦੇਖੋ, ਕਿਤੇ ਤੁਹਾਨੂੰ ਡਿਵੈਲਪਮੈਂਟ ਨਜ਼ਰ ਆ ਰਹੀ ਹੈ? ਮਤਲਬ ਹਾਂ, ਮੈਨੂੰ ਸਰਕਾਰ ਦਾ ਇੱਕ ਕੰਮ ਵਧੀਆ ਲੱਗਦਾ ਕਿ ਜਿਹੜੇ ਕਰਪਸ਼ਨ ਵਾਲੇ ਬੰਦੇ ਫੜ ਕੇ ਉਹਨਾਂ ਅੰਦਰ ਦੇਣੇ ਸ਼ੁਰੂ ਕੀਤੇ। ਇੱਕ ਪੋਲੀਟੀਸ਼ੀਅਨ ਦੇ ਮਨ ਦੇ ਉੱਤੇ ਖੌਫ ਖਤਮ ਹੋ ਗਿਆ ਸੀ। ਤੁਸੀਂ ਅਕਾਲੀ ਹੋ, ਤੁਸੀਂ ਪੈਸੇ ਖਾ ਗਏ, ਤੇ ਮੈਂ ਕਾਂਗਰਸੀ ਚੁੱਪ ਹਾਂ। ਮੈਂ ਕਾਂਗਰਸੀ 5 ਸਾਲ ਖਾ ਗਿਆ ਤੇ ਤੁਸੀਂ ਅਕਾਲੀ ਦਲ ਵਾਲੇ ਚੁੱਪ ਹੋ। ਇੱਕ ਖੌਫ ਪੈਦਾ ਜਿਹੜਾ ਪੋਲੀਟੀਸ਼ੀਅਨ ਦੇ ਸਿਰ ਦੇ ਉੱਤੇ ਕੀਤਾ ਗਿਆ ਕਿ ਇਹਦੀ ਜਵਾਬਦੇਹੀ ਹੋ ਸਕਦੀ ਆ, ਉਹ ਸਰਕਾਰ ਦਾ ਕੰਮ ਮੈਨੂੰ ਵਧੀਆ ਤੇ ਸ਼ਲਾਘਾਯੋਗ ਲੱਗਾ। ਮੈਂ ਦੂਜੀਆਂ ਗੱਲਾਂ ਵੱਲ ਨੂੰ ਆਉਣਾ ਸੀ, ਬਹੁਤ ਸਾਰੀਆਂ ਗੱਲਾਂ ਤੁਸੀਂ ਕਵਰ ਕਰ ਦਿੱਤੀਆਂ। ਇੱਕ ਜਿਹੜੀ ਚੀਜ਼ ਦਾ ਹੁਣ ਹੋਰ ਐਸਜੀਪੀਸੀ ਨੇ ਚੱਕਿਆ ਹੋਇਆ ਹੈ, ਉਹ ਕਹਿੰਦੇ ਕਿ ਧਾਮੀ ਸਾਹਿਬ ਦਾ ਪਰਸੋਂ ਬਿਆਨ ਸੀਗਾ ਕਿ ਉਹ ਕਹਿੰਦੇ ਕਿ ਹਾਲਾਂਕਿ ਪੱਤਰਕਾਰ ਤੇ ਹੋਰ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਇਹਨਾਂ ਦਾ ਗੋਲਕਾਂ ਦਾ ਰੌਲਾ ਹੈ ਕਿ ਜਿਹੜਾ
ਹਰਿਆਣਾ ਦੀ ਪ੍ਰਬੰਧਕ ਕਮੇਟੀ ਦੇ ਲਈ ਇਹ ਕਮੇਟੀ ਲੜ ਰਹੀ ਆ। ਉਹ ਕਹਿੰਦੇ ਵੀ ਸਾਡਾ ਸਿਰਫ ਇਹ ਹੈ ਕਿ ਭਰਾ ਮਾਰੂ ਜਿਹੜੀਆਂ ਪਾਟਕ ਪਾਉਣ ਦੀਆਂ ਗੱਲਾਂ ਉਹਨਾਂ ਨੂੰ ਅਸੀਂ ਇਕੱਠੇ ਕਰਨਾ ਚਾਹੁੰਦੇ ਆ, ਗੋਲਕਾਂ ਨੂੰ ਲੈ ਕੇ ਸਾਡਾ ਕੋਈ ਰੌਲਾ ਨਹੀਂ। ਤੁਹਾਨੂੰ ਕੀ ਲੱਗਦਾ? ਤੁਸੀਂ ਦੇਖੋ ਜੋ ਪੰਜਾਬ 'ਚ ਇਹਨਾਂ ਕੋਲ ਹੈਗਾ ਕਿ ਇਹਨਾਂ ਉਹਦੀ ਸੇਵਾ ਸੰਭਾਲ ਕਰ ਲਈ। ਜੋ ਪੰਜਾਬ 'ਚ ਇਹਨਾਂ ਕੋਲ ਕਈ ਸਾਡੇ ਸਿੱਖ ਸੰਸਥਾਵਾਂ ਸੀਗੀਆਂ, ਅੱਜ ਤੁਸੀਂ ਖਾਲਸਾ ਕਾਲਜ ਬੜੀ ਵੱਡੀ ਆਰਗੇਨਾਈਜੇਸ਼ਨ ਤੇ ਬੜੀ ਵੱਡੀ ਸੰਸਥਾ ਹੈ, ਉਹਦੇ ਵਿੱਚ ਸੈਕਟਰੀ ਬੀਜੇਪੀ ਦੇ ਨੇ। ਅੱਜ ਤੁਸੀਂ ਉਹ ਲਾ ਲਓ ਚੀਫ ਖਾਲਸਾ ਦੀਵਾਨ SGPC ਦੇ ਬਰਾਬਰ ਦੀ ਸੰਸਥਾ ਸੀਗੀ, ਉਹਦੇ ਵਿੱਚ ਹੁਣ ਉਹ ਜਿਹੜੇ ਪ੍ਰਧਾਨ ਨੇ ਉਹ ਆਮ ਆਦਮੀ। ਮੈਂ ਕਹਿੰਦਾ ਨਹੀਂ ਕਿ ਬੰਦਾ ਚੰਗਾ ਹੋਣਾ ਚਾਹੀਦਾ, ਉਹ ਕਿਸੇ ਨਾਲ ਵੀ ਹੋਵੇ, ਇਹ ਚੀਜ਼ਾਂ ਤੇ ਤੁਸੀਂ ਬਚਾ ਨਹੀਂ ਪਾਏ ਯਾਰ। ਸੁਖਬੀਰ ਬਾਦਲ ਇੱਕ ਦਿਨ ਮਾਰਚ ਕੱਢਦੇ ਨੇ ਕਿ ਸ਼੍ਰੋਮਣੀ ਕਮੇਟੀ ਬਚਾਉਣੀ ਹੈ ਜੀ, ਤੇ ਮੇਰਾ ਮਨ ਕੀਤਾ ਕਿ ਇੱਕ ਦਿਨ ਮੈਂ ਪੋਸਟਰ ਪਾਵਾਂ। ਮੈਂ ਥੋੜਾ ਬਿਜ਼ੀ ਸੀਗਾ, ਮੈਂ ਉਹਦੇ ਚ ਲਿਖਾਂ ਜ਼ਰੂਰ ਵੀ ਬਚਾਉਣੀ ਕਿੱਥੋਂ ਹੈ ਯਾਰ, ਤੁਹਾਡੇ ਤੋਂ ਤੇ ਬਚਾਉਣੀ ਸੀਗੀ। ਤੁਸੀਂ ਕੀ ਕੀਤਾ ਸ਼੍ਰੋਮਣੀ ਕਮੇਟੀ ਲਈ? ਅੱਜ ਤੁਹਾਡੇ ਵਿਦਿਅਕ ਅਦਾਰੇ ਜਿੱਥੋਂ ਤੁਹਾਡੀ ਪਨੀਰੀ ਤਿਆਰ ਹੋਣੀ ਹੈ, ਜਿੱਥੋਂ ਤੁਹਾਡੇ ਮਤਲਬ ਤੁਹਾਡੀ ਕੌਮ ਦਾ ਭਵਿੱਖ ਤਿਆਰ ਹੋਣਾ ਹੈ, ਉਹਨਾਂ ਦੀਆਂ 50-50 ਕਰੋੜ ਰੁਪਈਆ ਤਨਖਾਹਾਂ ਪੈਂਡਿੰਗ ਨੇ ਯਾਰ। ਟੀਚਰ ਨੂੰ ਤੁਸੀਂ ਦੇ ਨਹੀਂ ਰਹੇ ਤੇ ਤੁਸੀਂ ਕਿਹੜੀ ਸਿੱਖੀ ਤੇ ਕਿਹੜੀ SGPC ਬਚਾਉਣ ਦੀਆਂ ਗੱਲਾਂ ਕਰਦੇ ਹੋ ਯਾਰ। ਇਹਨਾਂ ਚੀਜ਼ਾਂ ਦੇ ਉੱਤੇ ਤਾਂ ਤੁਸੀਂ ਧਿਆਨ ਹੀ ਨਹੀਂ ਦਿੱਤਾ। SGPC ਨੂੰ ਆਪਣੇ ਟੂਲ ਵਜੋਂ ਵਰਤਿਆ ਗਿਆ ਆਪਣੀ ਸਿਆਸਤ ਚਮਕਾਉਣ ਲਈ, ਆਪਣੇ ਖਰਚੇ ਕੱਢਣ ਲਈ। ਮੈਂ ਇੱਕ ਦਿਨ ਕਿਹਾ ਸੀਗਾ ਚੈਲੰਜ ਨਾਲ ਕਿ ਸੁਖਬੀਰ ਬਾਦਲ ਜੀ ਕਰੀਬ 1 ਕਰੋੜ ਰੁਪਈਆ ਤੁਸੀਂ ਲੈ ਕੇ ਜਾਂਦੇ ਹੋ, ਜਿਹਦੀ ਐਵਰੇਜ ਕੱਢੀ ਜਾਵੇ ਪਰ ਮੰਥ। ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਆਪਣੀ ਜੇਬ 'ਚ ਲੈ ਜਾਂਦੇ ਹੋ, ਤੁਸੀਂ ਮਤਲਬ ਪੈਸੇ ਨਗਦ ਕਢਾ ਕੇ ਲੈ ਜਾਂਦੇ ਹੋ। ਤੁਸੀਂ ਇਲੈਕਸ਼ਨ ਲੜਦੇ ਹੋ, ਪਿੰਡਾਂ 'ਚ ਤੁਸੀਂ SGPC ਕੋਲੋਂ ਗ੍ਰਾਂਟ ਗੁਰਦੁਆਰਿਆਂ ਦੇ ਨਾਂ ਤੇ ਜਾਰੀ ਕਰਾਉਂਦੇ ਹੋ। 25,000 ਆ ਗੁਰਦੁਆਰੇ ਨੂੰ, 25,000 ਦੇ ਭਾਂਡੇ, ਉਹਨਾਂ ਗ੍ਰਾਂਟਾਂ ਦੇ ਲੋਕਾਂ ਦੇ ਚੜਾਵੇ ਦੀ ਲੋਕ ਸ਼ਰਾਬ ਪਿਆਉਂਦੇ ਨੇ। ਤੁਸੀਂ ਕਰੋ ਕਿਸੇ ਨਾਲ ਡਿਬੇਟ ਤੇ ਕਰੋ, ਮਤਲਬ ਹੈਲਦੀ ਡਿਬੇਟ ਕਰ ਲਓ ਨਾ ਯਾਰ, ਕਿਸੇ ਗੱਲ ਤੇ ਆਓ, ਉਸ ਤੋਂ ਅੱਗੇ ਆ ਜਾਓ। ਜੇ SGPC ਦੇ ਵਿੱਚ ਵੀ ਤੁਸੀਂ ਦੁਕਾਨਦਾਰੀਆਂ ਚਲਾ ਲਈਆਂ, ਤੁਹਾਨੂੰ ਚੇਤਾ ਸਾਰਾਗੜੀ ਸਰਾਂ ਦਾ ਇਸ਼ੂ ਮੈਂ ਚੁੱਕਿਆ ਸੀਗਾ ਕਿ 18 ਲੱਖ ਰੁਪਈਆ ਪਰ ਮੰਥ ਉਹਦੀ ਸਫਾਈ ਦਾ ਦਿੱਤਾ ਜਾਂਦਾ, ਔਰ ਜਦੋਂ ਮੈਂ ਇਸ਼ੂ ਚੁੱਕਿਆ ਤੇ ਉਹ ਠੇਕਾ 6 ਲੱਖ ਦੇ ਵਿੱਚ ਗਿਆ ਤੇ ਹੁਣ ਉਹ 2 ਲੱਖ ਰੁਪਏ ਦੇ ਵਿੱਚ ਹੈ। ਬਾਲਣ ਆ ਰਿਹਾ ਤੇ ਉਹ ਵੀ ਆਪਣੇ ਬੰਦਿਆਂ ਨੂੰ ਠੇਕੇ ਦਿੱਤੇ ਹੋਏ ਸੀਗੇ। ਬਾਲਣ ਦਾ ਟੈਂਡਰ ਦਿੱਤਾ ਜਾਂਦਾ ਜੀ ਹਰ ਤਖਤ ਸਾਹਿਬ ਦੇ ਹਿਸਾਬ ਦੇ ਨਾਲ, ਔਰ ਜਦੋਂ ਟੈਂਡਰ ਲੱਗਦਾ ਉਹ ਲੱਗਦਾ ਕਿ ਐਡੇ ਮੁੱਢ ਆਉਣੇ ਨੇ, ਔਰ ਜਦੋਂ ਸਪਲਾਈ ਕੀਤਾ ਜਾਂਦਾ ਤੇ ਪਤਲੀਆਂ ਫੱਟੀਆਂ ਜਿਨ੍ਹਾਂ ਨੂੰ ਫਰੇ ਕਹਿੰਦੇ ਨੇ ਸਾਡੇ ਇਧਰ ਮਾਝੇ ਵਾਲੇ, ਉਹ ਸਪਲਾਈ ਕੀਤੇ ਜਾਂਦੇ, ਉਹਦਾ ਰੇਟ ਹੀ ਅੱਧ ਨਾਲੋਂ ਵੀ ਵੱਧ ਫਰਕ ਹੁੰਦਾ। ਜਦੋਂ ਪਿੱਛੇ ਜਾ ਕੇ ਘੋਖ ਕੀਤੀ ਤੇ ਕੋਈ ਨਾ ਕੋਈ ਅਕਾਲੀ ਦਲ ਦਾ ਬੰਦਾ ਨਿਕਲ ਆਉਂਦਾ, ਘਿਓ ਲੈਣਾ ਤੇ ਮੈਂ ਘਿਓ ਵਾਲਾ ਏਡਾ ਵੱਡਾ ਮਤਲਬ ਉਹ ਘਪਲਾ ਕੱਢਿਆ ਸੀ। ਲੰਗਰ ਹਾਲ ਦੀ ਇਮਾਰਤ ਬਣਨੀ ਸੀਗੀ ਤੇ ਉਹ ਹਰਸਿਮਰਤ ਦੇ ਆਰਕੀਟੈਕਟ ਜਿਹੜੀ ਉਹਨਾਂ ਦੀ ਕੋਈ ਦੋਸਤ ਸੀ। ਮਤਲਬ ਇਸ ਤਰੀਕੇ ਦੁਕਾਨਦਾਰੀ ਨਾ ਸਮਝੋ ਯਾਰ, ਇਹ ਸੇਵਾ ਸੀ, ਇਹਨੂੰ ਸੇਵਾ ਤੇ ਤੁਸੀਂ ਸਮਝਿਆ ਨਹੀਂ। ਔਰ ਸਭ ਤੋਂ ਵੱਡਾ ਇਸ਼ੂ ਪ੍ਰਚਾਰ ਤੁਸੀਂ ਕਿਵੇਂ ਕਰੋਗੇ? ਜਿਸ ਧਰਮ ਦੀ ਬਾਣੀ ਮੁੱਲ ਵੇਖਦੀ ਹੋਵੇ ਕਿ PTC ਚੈਨਲ ਹੈਗਾ ਤੇ ਮੇਰੇ ਘਰ ਬਾਣੀ ਚੱਲਣੀ ਹੈ, ਨਹੀਂ ਤੇ ਨਹੀਂ ਚੱਲਣੀ। ਅੰਦਰ ਤੁਸੀਂ ਜਾਓ ਦਰਬਾਰ ਸਾਹਿਬ ਦੇ ਵਿੱਚ ਕੈਮਰਾ ਤੱਕ ਨਹੀਂ ਤੁਹਾਨੂੰ ਔਨ ਕਰਨ ਦਿੱਤਾ ਜਾਂਦਾ, ਔਰ ਕੀ ਕਹਿੰਦੇ ਨੇ ਉਹਦੀ ਮਤਲਬ ਬਣਾ ਕੀ ਲੈਂਦੇ ਨੇ, ਉਹਦੀ ਪਲੀਕ ਹੀ ਲੈਂਦੇ ਨੇ। ਅੰਦਰ ਡਿਸਟਰਬੈਂਸ ਹੁੰਦੀ ਆ, ਮੈਂ ਮੰਨ ਲਈ ਨਾ ਚੱਲਣ ਦਿਓ ਅੰਦਰ ਕੈਮਰਾ। ਅੱਜ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਜਿਹੜੀ ਉਹ PTC ਬਾਣੀ ਤੋਂ ਲੈ ਕੇ ਉਹ ਇੱਥੇ ਚਲਾਉਣੀ ਹੋਵੇ ਤੇ ਉਦੋਂ ਹੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਕਿ ਇਹਦੇ ਸਾਰੇ ਰਾਈਟ ਉਹਦੇ ਕੋਲ ਨੇ। ਤੁਸੀਂ ਮਤਲਬ ਤੁਸੀਂ ਬਾਣੀ ਦੇ ਉੱਤੇ ਵੀ ਕਬਜ਼ਾ ਕਰ ਲਿਆ ਯਾਰ, ਉੱਤੋਂ ਸਫਾਈਆਂ ਦਿੰਦੇ ਹੋ। ਔਰ ਮੈਂ ਸੁਖਬੀਰ ਨੂੰ ਇੱਕ ਸਲਾਹ ਦਿੱਤੀ ਸੀ ਕਿ ਯਾਰ ਮੈਂ ਤੇਰੇ ਨਾਲ ਕੰਮ ਕੀਤਾ ਔਰ ਮੇਰੀ ਦਿਲੀ ਇੱਛਾ ਹੈ ਕਿ ਤੇਰੇ ਬਾਪ ਨੂੰ ਜਿੰਨਾ ਰੋਲਿਆ ਗਿਆ, ਮੈਂ ਉਸ ਪੋਜੀਸ਼ਨ ਜਾਂ ਉਸ ਨੀਅਤ ਦੇ ਵਿੱਚ ਨਹੀਂ ਸੀ ਹੈਗਾ, ਮੇਰੀ ਸੋਚ ਨਹੀਂ ਸੀ ਹੈਗੀ। ਪ੍ਰਕਾਸ਼ ਸਿੰਘ ਬਾਦਲ ਦੇ ਜ਼ਰੂਰੀ ਨਹੀਂ ਸਾਰੇ ਕੰਮ ਹੀ ਮਾੜੇ ਹੋਣਗੇ, ਚੰਗੇ ਵੀ ਹੋਣਗੇ। ਮਤਲਬ ਕੀਤੇ ਇੱਕ ਸਦੀ ਸੀਗੀ ਉਹ ਪੋਲਿਟਿਕਸ ਦੀ, ਉਹਦੀ ਜਾਣ ਲੱਗਿਆ ਇੱਜ਼ਤ ਹੋਣੀ ਚਾਹੀਦੀ ਸੀ, ਉਹਨੂੰ ਵੀ ਰੋਲਿਆ ਗਿਆ। ਤੂੰ ਮੇਰੇ ਆਖੇ ਇੱਕ ਕੰਮ ਕਰਕੇ ਵੇਖ ਲੈ ਕਿ ਇਹ PTC ਦਾ ਤੇਰਾ ਇੰਨਾ ਰੌਲਾ ਪੈਂਦਾ, ਤੂੰ ਸ਼ਰੇਆਮ ਕਹਿੰਦਾ ਮੇਰਾ ਚੈਨਲ ਹੈ। ਫਿਰ ਇਹ ਪੁਰਾਣੀਆਂ ਜਿਹੜੀਆਂ ਸੰਸਥਾਵਾਂ ਸੀ ਉਹਦੇ ਵਿੱਚ ਤੇ ਲਿਖਿਆ ਹੁੰਦਾ ਸੀਗਾ ਕਿ ਤੁਸੀਂ ਇਹਦੇ ਨਾਲ ਸੰਬੰਧਿਤ ਕੋਈ ਕਾਰੋਬਾਰ ਨਹੀਂ ਕਰ ਸਕਦੇ। ਜੇ ਤੁਸੀਂ ਇਸ ਸੰਸਥਾ ਦੇ ਆਗੂ ਹੋ ਤੇ ਤੁਸੀਂ ਇਹਦੇ ਤੋਂ ਹੀ ਕਾਰੋਬਾਰ ਚਲਾ ਰਹੇ ਹੋ, ਤੂੰ PTC ਫ੍ਰੀ ਕਰ ਦੇ, ਲੋਕ ਤੈਨੂੰ ਬਹੁਤ ਦੁਆਵਾਂ ਦੇਣਗੀਆਂ, ਸ਼ਾਇਦ ਤੁਹਾਡਾ ਸਰਵਾਈਵਲ ਹੋ ਜੇ, ਤੁਸੀਂ ਦੁਬਾਰਾ ਨਿਕਲ ਆਓ। ਪਰ ਜੇ ਤੁਸੀਂ ਕਹੋ ਵੀ ਅਸੀਂ ਮਰਜ਼ੀ ਵੀ ਚਲਾਉਣੀ ਹੈ, ਸਾਰਾ ਕੁਝ ਕਰਨਾ, ਤੇ ਲੋਕ ਤੁਹਾਨੂੰ ਐਕਸੈਪਟ ਨਹੀਂ ਕਰ ਰਹੇ। ਲੋਕ ਤੁਹਾਡੀ ਮਤਲਬ ਸ਼ਰੇਆਮ ਤੁਹਾਡੇ ਪੰਜਾਬੀ ਚ ਕਹਿ ਲਾਂ, ਤੂੰ ਮੇਰੇ ਭੈਣ ਬੈਠੇ ਹੋ ਵੀ ਪੱਤ ਰੋਲਦੇ ਨੇ ਯਾਰ, ਤੁਹਾਡਾ ਗੰਦਮੰਦ ਲਿਖਦੇ ਨੇ ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ। ਮਤਲਬ ਮੈਂ ਨਹੀਂ ਚਾਹੁੰਦਾ, ਇਹ ਹੋਣਾ ਨਹੀਂ ਚਾਹੀਦਾ। ਪਰ ਜੇ ਤੁਹਾਨੂੰ ਅਜੇ ਵੀ ਸੋਝੀ ਨਹੀਂ ਆ ਰਹੀ ਤੇ ਫਿਰ ਤੁਸੀਂ ਇਹ ਦੁਕਾਨਦਾਰੀ ਬੰਦ ਕਰਨੀ ਚਾਹੀਦੀ ਹੈ। SGPC ਪੰਜਾਬ ਦੇ ਨੌਜਵਾਨਾਂ ਦਾ ਜ਼ਿਕਰ ਕਰ ਲੈਂਦੇ ਆ। ਨਸ਼ੇ ਖਾਸ ਤੌਰ ਤੇ ਜਿਸ ਜਗ੍ਹਾ ਤੇ ਅਸੀਂ ਬੈਠੇ ਆ, ਅੰਮ੍ਰਿਤਸਰ ਤਰਨਤਾਰਨ ਏਰੀਏ ਦੀਆਂ ਖਾਸ ਤੌਰ ਤੇ ਵੀਡੀਓ ਵਾਇਰਲ ਹੁੰਦੀਆਂ, ਤੁਸੀਂ ਵੀ ਦੇਖੀਆਂ ਹੋਣੀਆਂ, ਅਸੀਂ ਵੀ ਦੇਖਦੇ ਆ। ਕੁੜੀਆਂ ਤੱਕ ਦੀਆਂ ਵੀਡੀਓਜ਼ ਸਾਨੂੰ ਮਿਲ ਜਾਂਦੀਆਂ, ਝੂਲਦੀਆਂ ਹੋਈਆਂ ਕੁੜੀਆਂ। ਇਹ ਮੰਜ਼ਰ ਦੇਖਣਾ ਬੰਦ ਕਿਉਂ ਨਹੀਂ ਹੋ ਰਿਹਾ? ਮੰਜ਼ਰ ਸਾਨੂੰ ਬਾਰ-ਬਾਰ ਦਿਖ ਰਿਹਾ। ਇਹਨਾਂ ਚੀਜ਼ਾਂ ਦਾ ਜ਼ਿਕਰ ਉਹ ਬਹਾਨੇ ਸੁਣ ਕੇ ਹੁਣ ਤੱਕ ਕੰਨ ਪੱਕ ਗਏ ਆ ਕਿ ਸਰਹੱਦ ਦਾ ਏਰੀਆ ਜੀ, ਸਰਹੱਦ ਤੋਂ ਪਾਰੋਂ ਨਸ਼ਾ ਆ ਜਾਂਦਾ ਤੇ ਉਹ ਨਸ਼ਾ ਸਾਰਾ ਇਸੇ ਏਰੀਏ ਦੇ ਵਿੱਚ ਢੇਰੀ ਹੋ ਜਾਂਦਾ ਕਿ ਕੁੜੀਆਂ ਵੀ ਖਾ ਰਹੀਆਂ ਤੇ ਝੂਮਦੀਆਂ ਹੋਈਆਂ ਕੁੜੀਆਂ ਦੀਆਂ ਵੀਡੀਓ ਤੱਕ ਮਿਲਦੀਆਂ ਤੇ ਨੌਜਵਾਨਾਂ ਦੀਆਂ। ਕੱਲ ਪਰਸੋਂ ਹੀ ਤੁਹਾਡੇ 2 ਨੌਜਵਾਨ ਇੱਥੇ ਇੱਕ ਘਰ ਦੇ ਜਿਹੜੇ ਚਿਰਾਗ ਬੁਝ ਗਏ। ਰਮਨ ਦੇਖੋ, ਇਹਦੀ ਜੜ ਤੱਕ ਨਹੀਂ ਜਾਇਆ ਜਾ ਰਿਹਾ ਜੀ। ਮੈਂ ਇੱਕ ਦਿਨ ਇਹਨਾਂ ਨੂੰ ਕਿਹਾ ਸੀਗਾ ਕਿ ਨਾ ਤੁਹਾਡੇ ਪੰਜਾਬ 'ਚ
ਨਸ਼ਾ ਫੜਨ ਨਾਲ ਖਤਮ ਹੋ ਸਕਦਾ ਜੀ, ਨਾ ਤੁਹਾਡੇ ਗੈਂਗਸਟਰ ਮਾਰਨ ਨਾਲ ਖਤਮ ਹੋ ਸਕਦੇ ਨੇ। ਜਿੰਨੇ ਮਾਰੀ ਜਾਓਗੇ ਉਹ ਪੈਦਾ ਹੁੰਦੇ ਜਾਣਗੇ, ਜਿੰਨਾ ਨਸ਼ਾ ਫੜੀ ਜਾਓਗੇ ਉਨੀ ਸਪਲਾਈ ਵੱਧਦੀ ਜਾਏਗੀ। ਅਖੀਰ ਜੜ ਤੱਕ ਜਾਣਾ ਚਾਹੀਦਾ। ਮੈਂ ਛੋਟੀ ਜਿਹੀ ਤੁਹਾਨੂੰ ਕਹਾਵਤ ਸੁਣਾਵਾਂ ਕਿ ਕਿਤੇ ਕੁੱਤਾ ਬੈਠਾ ਹੋਵੇ ਨਾ, ਅਸੀਂ ਉਹਨੂੰ ਜਦੋਂ ਸੋਟੀ ਮਾਰੀਏ ਤੇ ਕੁੱਤਾ ਪੈਰਾਂ ਦੇ ਨਾਲ ਸੋਟੀ ਨੂੰ ਪੈਂਦਾ ਕਿ ਉਹਨੂੰ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਨਾ ਮਾਰੋ। ਇਹੋ ਸੋਟੀ ਤੁਸੀਂ ਕਿਸੇ ਸ਼ੇਰ ਨੂੰ ਮਾਰੋ ਨਾ, ਉਹ ਸੋਟੀ ਨਹੀਂ ਫੜਦਾ, ਉਹ ਮਾਰਨ ਵਾਲੇ ਨੂੰ ਨਿਪਟਾ ਦਿੰਦਾ ਵੀ ਪਿਛਲੀ ਪ੍ਰੋਬਲਮ ਤੇ ਇਹ ਅਸਲੀ ਜਿਹੜਾ ਮੈਨੂੰ ਮਾਰ ਰਿਹਾ। ਸੋ ਤੁਸੀਂ ਇਹਦੀ ਜੜ ਤੱਕ ਤੇ ਜਾਓ ਨਾ ਯਾਰ, ਤੁਸੀਂ ਉਹਦੀ ਜੜ ਤੱਕ ਜਾ ਨਹੀਂ ਰਹੇ। ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਬੱਚਾ ਕੋਈ ਮਾਂ ਦੇ ਪੇਟ ਚੋਂ ਨਸ਼ਾ ਕਰਦਾ ਨਹੀਂ ਹੋਗਾ। ਨਸ਼ਾ ਉਹ ਕਦੋਂ ਕਰਦਾ? ਬੱਚਿਆਂ ਨੂੰ ਕਾਰੋਬਾਰ ਨਹੀਂ ਮਿਲ ਰਿਹਾ, ਬੱਚੇ ਚੰਗੀ ਡਿਗਰੀਜ਼ ਕਰਦੇ ਨੇ, ਮਤਲਬ ਪੜ੍ਹਾਈ ਕਰਦੇ ਨੇ, ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਦਿੱਤਾ ਜਾਂਦਾ ਉਸ ਪੜ੍ਹਾਈ ਨੂੰ। ਉਸ ਤੋਂ ਬਾਅਦ ਜਦੋਂ ਉਹਨੂੰ ਕੰਮ ਨਹੀਂ ਮਿਲਦਾ ਤੇ ਬੜੇ ਲੋਕਾਂ ਦੇ, ਸਮਾਜ ਦੇ, ਪਰਿਵਾਰ ਦੇ ਮਿਹਣੇ ਉਹਨਾਂ ਨੂੰ ਝੱਲਣੇ ਪੈਂਦੇ ਨੇ। ਉਹ ਤੇਰੇ ਨਾਲ ਤੋਂ ਵਿਹਲਾ ਚੰਗਾ, ਉਹ ਦਿਹਾੜੀ ਲਾ ਲਿਆਉਂਦਾ, ਪੜ੍ਹ ਕੇ ਕੀ ਕਰ ਲਿਆ ਈ। ਉਹ ਪੜ੍ਹ ਕੇ ਨਾ ਤੇ ਉਹ ਕੰਮ ਕਰਨ ਜੋਗਾ ਹੁੰਦਾ ਤੇ ਨਾ ਹੀ ਉਹਨੂੰ ਉਹਦੀ ਮਰਜ਼ੀ ਦਾ ਕੰਮ ਮਿਲਦਾ। ਹੌਲੀ ਹੌਲੀ ਉਹ ਡਿਪਰੈਸ਼ਨ 'ਚ ਜਾਂਦਾ ਹੈ। ਜਦੋਂ ਥੋੜਾ ਉਹਨੂੰ ਦਿਮਾਗੀ ਰੈਸਟ ਲਈ ਉਹ ਨਸ਼ਾ ਕਰਨਾ ਸ਼ੁਰੂ ਕਰਦਾ, ਉਹ ਹਾਈ ਲੈਵਲ ਤੱਕ ਪਹੁੰਚ ਜਾਂਦਾ। ਔਰ ਅੱਗੇ ਤੁਸੀਂ ਗੈਂਗਸਟਰ ਆ ਜਾਓ। ਅੱਜ ਮੇਰੇ ਘਰ ਰੋਜੀ ਰੋਟੀ ਨਹੀਂ ਹੋਊਗੀ, ਮੇਰੇ ਬੱਚੇ ਦਵਾਈ ਤੋਂ ਮਰਦੇ ਹੋਣਗੇ, ਮੇਰੇ ਪੇਰੈਂਟਸ ਮਤਲਬ ਭੁੱਖ ਨਾਲ ਮਰਦੇ ਹੋਣਗੇ, ਤੇ ਮੈਂ ਪਹਿਲਾਂ ਮਤਲਬ ਕੋਸ਼ਿਸ਼ ਕਰਨੀ ਹੈ ਮੈਨੂੰ ਕੰਮ ਲੱਭੇ, ਜਿਹੜਾ ਪਹਿਲਾ ਮੇਰਾ ਫਰਜ਼ ਬਣਦਾ। ਜਦੋਂ ਮੈਨੂੰ ਨਹੀਂ ਲੱਭੂਗਾ ਮੇਰੀ ਮਰਜ਼ੀ ਦੇ ਮੁਤਾਬਕ ਕੰਮ, ਜਾਂ ਮੈਨੂੰ ਉਹਨਾਂ ਦੀ ਪਾਲਣ ਪੋਸ਼ਣ ਲਈ ਕੰਮ ਨਹੀਂ ਲੱਭੂਗਾ, ਤੇ ਉਸ ਤੋਂ ਬਾਅਦ ਮੈਂ ਪੈਸੇ ਕਿਸੇ ਕੋਲੋਂ ਉਧਾਰੇ ਮੰਗੂਗਾ ਕਿ ਰਮਨ ਮੈਨੂੰ ਥੋੜੇ ਪੈਸੇ ਦਿਓ, ਮੈਨੂੰ ਚਾਹੀਦੇ ਨੇ। ਇੱਕ ਦੋ ਵਾਰੀ ਤੁਸੀਂ ਮੇਰੀ ਮਦਦ ਕਰੋਗੇ, ਤੀਜੀ ਵਾਰੀ ਜਦੋਂ ਮੇਰੀ ਆਦਤ ਬਣ ਜੂਗੀ ਕਿ ਇਹਨੇ ਵਾਪਸ ਕੁਝ ਕਰਨਾ ਹੀ ਨਹੀਂ, ਮੈਨੂੰ ਦੁਨੀਆ ਦੇਣੋਂ ਅੜ ਜੂਗੀ, ਤੀਜੀ ਚੀਜ਼ ਪੋਜੀਸ਼ਨ ਇਹ ਆ ਜਾਣੀ, ਫਿਰ ਮੈਂ ਟੋਪੀ ਕਮਾਊਂਗਾ ਕਿ ਮੈਨੂੰ ਪੈਸੇ ਦੇ ਤੇਰੇ, ਮੈਂ ਇਸ ਤਰ੍ਹਾਂ ਮਤਲਬ ਫਾਇਦਾ ਕਰਾਉਣਾ ਵਾ ਫਲਾਣਾ। ਫਿਰ ਬੰਦਾ ਹੌਲੀ ਹੌਲੀ ਕ੍ਰਾਈਮ ਵੱਲ ਵਧਣਾ ਸ਼ੁਰੂ ਹੋ ਜਾਂਦਾ। ਕਿਸੇ ਕੋਈ ਆਪਣੇ ਬੱਚਿਆਂ ਨੂੰ ਭੁੱਖੇ ਮਰਦੇ ਥੋੜੀ ਦੇਖ ਸਕਦਾ, ਕੋਈ ਆਪਣੇ ਪੇਰੈਂਟਸ ਨੂੰ ਭੁੱਖੇ ਮਰਦਾ। ਪਰ ਤੁਹਾਨੂੰ ਲੱਗਦਾ ਹੈ ਕਿ ਇਹ ਨਸ਼ੇ ਰੋਕਣਾ ਹੁਣ ਸੂਬਾ ਸਰਕਾਰਾਂ ਦੇ ਵੱਸ ਦੀਆਂ ਗੱਲਾਂ ਹੈਗੀਆਂ? ਮੈਂ ਉਹੀ ਗੱਲ ਫਾਈਨਲ ਕਰਨ ਲੱਗਾ ਜੀ, ਤੁਸੀਂ ਨਾ ਤੇ ਨਸ਼ਾ ਫੜ ਕੇ ਰੋਕ ਸਕਦੇ ਹੋ, ਨਾ ਤੁਸੀਂ ਗੈਂਗਸਟਰ ਮਾਰ ਕੇ ਖਤਮ ਕਰ ਸਕਦੇ ਹੋ। ਇਹਦਾ ਇੱਕ ਹੀ ਹੱਲ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ। ਅੱਜ ਮੇਰੀ ਦੁਕਾਨ ਚੰਗੀ ਚੱਲਦੀ ਹੋਵੇ, ਮੇਰਾ ਕਾਰੋਬਾਰ, ਮੇਰੀ ਫੈਕਟਰੀ, ਜਾਂ ਮੈਂ ਮੰਨ ਲਓ ਰੇਹੜੀ ਲਾਉਣਾ, ਖੋਖਾ ਲਾਉਣਾ, ਉਹ ਚੰਗਾ ਚੱਲਦਾ ਹੋਵੇ, ਤੇ ਮੇਰਾ ਨਹੀਂ ਖਿਆਲ ਮੇਰਾ ਧਿਆਨ ਨਸ਼ੇ ਵੱਲ ਜਾਊਗਾ। ਬਹੁਤ ਵੱਡੀ ਬਦਕਿਸਮਤੀ ਹੋਊਗੀ, ਮਤਲਬ ਲੱਖਾਂ ਚੋਂ ਕੁਝ ਲੋਕ ਤੇ ਤੁਹਾਨੂੰ ਮਿਲਣਗੇ ਨਾ ਹਰ ਫਿਤਰਤ ਦੇ, ਪਰ ਬਹੁਤ ਗਿਣਤੀ ਉਹ ਆਪਣੇ ਕੰਮ 'ਚ ਧਿਆਨ ਦੇਣਗੇ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ। ਤੁਸੀਂ ਵਿਹਲੇ ਬੈਠੇ ਹੋ, ਕਈ ਤਰ੍ਹਾਂ ਦੇ ਤੁਹਾਨੂੰ ਡਰ ਸਤਾਉਂਦੇ ਨੇ, ਕਈ ਤਰ੍ਹਾਂ ਦੀਆਂ ਤੁਹਾਡੇ ਮਨ 'ਚ ਖੁਰਾਫਾਤੀਆਂ ਆਉਂਦੀਆਂ ਨੇ। ਸੋ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਸੀਗਾ। ਜਿਹੜਾ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਬੱਚਿਆਂ ਦੇ ਹੱਥ 'ਚ ਟਿਫਨ ਫੜਾਉਣੇ ਨੇ, ਤੇ ਟਿਫਨ ਤੇ ਕਿਤੇ ਹੁਣ ਨਜ਼ਰ ਨਹੀਂ ਆ ਰਹੇ। ਸਰਕਾਰ ਵੀ ਪੱਲਾ ਝਾੜ ਕੇ ਗੁਜਰਾਤ ਤੁਰੇ ਫਿਰਦੇ ਨੇ। ਲਓ, ਮੈਂ ਅੱਜ ਤੁਹਾਡੇ ਚੈਨਲ ਦੇ ਉੱਤੇ ਇਹਨਾਂ ਨੂੰ ਕਹਿੰਦਾ ਕਿ ਮੇਰੀ ਰਿਕੁਐਸਟ ਹੈ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ, 2 ਸਟੇਟ ਤੁਹਾਡੇ ਕੋਲ ਹੈਗੀਆਂ ਜੀ, ਕਮ ਸੇ ਕਮ ਇਹਨਾਂ ਦੋਵਾਂ ਦੇ ਉੱਤੇ ਫੋਕਸ ਕਰੋ। ਅੱਜ ਮੇਰੀ ਗੱਲ ਰਿਕਾਰਡ ਕਰ ਲਓ, ਮੈਂ ਮਤਲਬ ਕਹਿ ਸਕਦਾ, ਲਿਖ ਕੇ ਦੇ ਸਕਦਾ ਕਿ 3 ਸਟੇਟ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ, ਹਿਮਾਚਲ, ਹਰਿਆਣਾ, ਗੁਜਰਾਤ, ਤਿੰਨਾਂ 'ਚੋਂ ਕਿਤੇ ਸਰਕਾਰ ਨਹੀਂ ਆਉਣੀ ਇਹਨਾਂ ਦੀ। ਉਹਦਾ ਰੀਜ਼ਨ ਕੀ ਹੈ ਕਿ ਪੰਜਾਬ 'ਚ ਅਸੀਂ ਲੋਕਾਂ ਨੇ ਇਹਨਾਂ ਨੂੰ ਨਹੀਂ ਚੁਣਿਆ। ਅਸੀਂ ਉਹ 2 ਗੰਦੇ ਬੰਦੇ ਜਿਹੜੇ ਉਹ ਗਲੋਂ ਲਾਏ, 2 ਗੰਦੀਆਂ ਪਾਰਟੀ ਸੀਗੀਆਂ ਜਿਹੜੀਆਂ, 2 ਉਹਨਾਂ ਦੇ ਆਗੂ। ਪਾਰਟੀ ਕੋਈ ਵੀ ਨਹੀਂ ਮਾੜੀ ਹੁੰਦੀ, ਸਾਨੂੰ ਕੋਈ ਬਦਲ ਨਹੀਂ ਸੀ ਲੱਭ ਰਿਹਾ, ਇਹ ਸਾਨੂੰ ਬਦਲ ਦੇ ਰੂਪ 'ਚ ਦਿਸੇ। ਅਸੀਂ ਉਹਨਾਂ ਨੂੰ ਹਰਾਉਣਾ ਚਾਹੁੰਦੇ ਸੀ, ਅਸੀਂ ਇਹਨਾਂ ਨੂੰ ਚੁਣ ਲਿਆ। ਔਰ ਦੇਸ਼ ਦੇ ਕਿਸੇ ਸੂਬੇ 'ਚ ਵੀ ਇੰਨੀ ਗੰਦੀ ਸਰਕਾਰ ਕਿਤੇ ਨਹੀਂ ਚੱਲੀ ਕਿ ਲੋਕ ਉਹਦਾ ਇੱਕਦਮ ਇਹਨਾਂ ਨੂੰ ਬਦਲ ਬਣਾ ਲੈਣਗੇ। ਸੋ ਤੁਸੀਂ ਪੰਜਾਬ ਦਾ ਪੈਸਾ ਵੀ ਉੱਥੇ ਵੇਸਟ ਕਰ ਰਹੇ ਹੋ, ਚਾਹੇ ਉਹ ਇਸ਼ਤਿਹਾਰ ਹੈ, ਚਾਹੇ ਤੁਸੀਂ ਯਾਤਰਾ ਦੇ ਉੱਤੇ ਵੇਸਟ ਕਰ ਰਹੇ ਹੋ। 2 ਸਟੇਟਸ ਦੀ ਤੁਹਾਨੂੰ ਲੋਕਾਂ ਨੇ ਮਤਲਬ ਸਰਕਾਰ ਬਣਾਈ, ਔਰ ਬਲਕ ਦੇ ਵਿੱਚ ਤੁਹਾਨੂੰ ਦੋਵਾਂ ਸੂਬਿਆਂ ਦੇ ਵਿੱਚ ਵੋਟਾਂ ਦਿੱਤੀਆਂ ਨੇ। ਇਹਦੇ ਲਈ ਸੇਵਾ ਕਰਨਾ, ਇਹਦਾ ਤੁਹਾਡਾ ਪ੍ਰਾਇਮਰੀ ਧਰਮ ਬਣਦਾ। ਇਹਦੇ ਉੱਤੇ ਫੋਕਸ ਕਰੋ। ਬਾਹਰ ਤੁਸੀਂ ਆਪਣਾ ਟਾਈਮ ਜਾਇਆ ਕਰ ਰਹੇ ਹੋ, ਤੁਸੀਂ ਟਾਈਮ ਜਾਇਆ ਕਰ ਰਹੇ ਹੋ। ਸਾਡੇ ਪੰਜਾਬ ਦੀ ਨੌਜਵਾਨੀ, ਸਾਡੇ ਪੰਜਾਬ ਦਾ ਪੈਸਾ ਵੀ ਤੁਸੀਂ ਜਾਇਆ। ਪੰਜਾਬ ਦਾ ਇੱਕ ਹੋਰ ਨੌਜਵਾਨ ਜਿਹੜਾ ਹੈ ਕੁਝ ਸਮਾਂ ਬਾਹਰ ਸੀ, ਪਰ ਹੁਣ ਉਹ ਪੰਜਾਬ ਦੇ ਵਿੱਚ ਵਾਪਸ ਆਇਆ ਹੈ। ਅੰਮ੍ਰਿਤਪਾਨ ਕੀਤਾ ਉਹਨੇ ਤੇ ਨਾਮ ਅੰਮ੍ਰਿਤਪਾਲ ਹੈ। ਉਹਦੇ ਬਾਰੇ ਕੀ ਖਿਆਲ ਹੈ? ਉਹਦੇ ਬਾਰੇ ਚ ਹਮੇਸ਼ਾ ਜ਼ਿਕਰ ਹੁੰਦਾ ਹੈ ਕਿ ਉਹ ਹਮੇਸ਼ਾ ਤੱਤੀਆਂ ਗੱਲਾਂ ਕਰਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਚੁੱਭਦੀਆਂ ਉਹਦੀਆਂ ਗੱਲਾਂ। ਤੁਹਾਡਾ ਕੀ ਖਿਆਲ ਹੈ ਉਹਦੇ ਬਾਰੇ? ਦੇਖੋ, ਉਹ ਧਾਰਮਿਕ ਇਸ਼ੂ ਜਿਹੜੇ ਅੰਮ੍ਰਿਤਪਾਲ ਚੁੱਕ ਰਹੇ ਨੇ, ਤੱਤੀਆਂ ਗੱਲਾਂ, ਇਹ ਤੱਤੀਆਂ ਨਹੀਂ। ਜੇ ਤੁਸੀਂ ਸੱਚ ਬੋਲੋ ਤੇ ਚਾਹੇ ਮੈਂ ਵੀ ਬੋਲਾਂ, ਮਤਲਬ ਇਹਨੂੰ ਤੁਸੀਂ ਤੱਤੀਆਂ ਗੱਲਾਂ ਨਾ ਕਹੋ। ਪਰ ਹਾਂ, ਧਰਮ ਦੇ ਨਾਲ ਸਮਾਜ ਦੇ ਹੋਰ ਵੀ ਬੜੇ ਕੰਮਾਂ ਦੀ ਸਾਨੂੰ ਰਾਖੀ ਕਰਨੀ ਚਾਹੀਦੀ ਹੈ। ਅਜੇ ਮੇਰੇ ਖਿਆਲ 1-2 ਮਹੀਨੇ ਉਹਨਾਂ ਨੂੰ ਹੋਏ ਨੇ, ਉਹਨਾਂ ਨੇ ਆਪਣਾ ਜਿਹੜਾ ਉਹ ਸ਼ੁਰੂ ਕੀਤਾ। ਅਜੇ ਮੈਂ ਹੁਣੇ ਬੋਲੂੰਗਾ ਤੇ ਸਮੇਂ ਦੇ ਗਰਭ 'ਚ ਹੈ, ਥੋੜਾ ਚਿਰ ਸੋਚਿਆ ਜਾਊਗਾ, ਵਿਚਾਰਿਆ ਜਾਊਗਾ। ਮੈਂ ਲੋਕ ਉਹਨਾਂ ਨੂੰ ਬਹੁਤ ਜਿਹੜੇ ਫੋਲੋ ਕਰ ਰਹੇ ਨੇ, ਪਰ ਮੇਰੀ ਇਹ ਮਨਸ਼ਾ ਹੈ ਕਿ ਜੇ ਲੋਕ ਤੁਹਾਨੂੰ ਫੋਲੋ ਕਰਦੇ ਨੇ ਤੇ ਉਹ ਧਰਮ ਦੇ ਨਾਲ ਪੰਜਾਬ ਦੇ ਬਾਕੀ ਜਿਹੜੇ ਇਸ਼ੂ ਨੇ, ਜਿਨ੍ਹਾਂ ਤੋਂ ਸਰਕਾਰਾਂ ਨੇ ਮੂੰਹ ਮੋੜ ਲਏ, ਜਾਂ ਜਿਨ੍ਹਾਂ ਦੇ ਉੱਤੋਂ ਬੱਚਿਆਂ ਨੂੰ ਕੋਈ ਇਨਸਾਫ ਨਹੀਂ ਮਿਲਦਾ, ਕੋਈ ਰੁਜ਼ਗਾਰ ਨਹੀਂ ਮਿਲਦਾ, ਬੱਚਿਆਂ ਨਾਲ ਧੋਖਾ ਕੀਤਾ ਜਾਂਦਾ, ਚੋਣ ਮੈਨੀਫੈਸਟੋਸ ਦੇ ਵਿੱਚ ਵੱਡੇ ਲਾਰੇ ਲਾਏ ਜਾਂਦੇ ਨੇ, ਉਹਨਾਂ ਦੇ ਉੱਤੇ ਵੀ ਜੋ ਫੋਕਸ ਕਰਨ ਤੇ ਫਿਰ ਮੈਨੂੰ ਮਤਲਬ ਜ਼ਿਆਦਾ ਖੁਸ਼ੀ ਹੋਊਗੀ। ਪਰ ਇਹ ਅਜੇ ਸਮੇਂ ਦੇ ਗਰਭ 'ਚ ਹੈ, ਥੋੜਾ ਚਿਰ ਸੋਚੂੰਗਾ, ਵਿਚਾਰੂੰਗਾ, ਦੇਖੂੰਗਾ, ਫਿਰ ਆਪਣੇ ਵਿਚਾਰ। ਜਿਸ ਤਰ੍ਹਾਂ ਉਹਨਾਂ ਨੂੰ ਲੱਗਦਾ, ਉਹਨਾਂ ਦਾ ਕਹਿਣਾ ਹੈ ਕਿ ਆਪਾਂ
ਗੁਲਾਮ ਹੈਗੇ ਆ, ਜਿਹੜਾ ਗੁਲਾਮੀ ਵਾਲੀ ਸਾਡੀ ਦਸ਼ਾ ਹੈ, ਜਿਸ ਤਰੀਕੇ ਨਾਲ ਸਾਨੂੰ ਸਾਡੇ ਹੱਕ ਨਹੀਂ ਦਿੱਤੇ ਜਾਂਦੇ, ਸਾਡੇ ਕੋਲ ਇੱਕ ਅਲੱਗ ਤਰੀਕੇ ਦਾ ਹੋਣਾ ਚਾਹੀਦਾ। ਤੁਸੀਂ ਸਮਝਦੇ ਹੋ ਕਿ ਸਾਡੇ ਕੋਲੇ ਅਲੱਗ ਇੱਕ ਪਾਰਟ ਹੋਣਾ ਚਾਹੀਦਾ ਜਿਹਦੇ ਵਿੱਚ ਸਾਡੇ ਆਪਦੇ ਹੱਕ ਹੋਣੇ ਚਾਹੀਦੇ ਆ, ਸਾਡੀ ਆਪਦੀ ਰਾਜਧਾਨੀ ਨਹੀਂ ਆ, ਸਾਡਾ ਕੁਝ ਵੀ ਨਹੀਂ ਆ, ਸਾਨੂੰ ਗੁਲਾਮਾਂ ਵਾਂਗ ਰੱਖਿਆ ਜਾਂਦਾ। ਤੁਸੀਂ ਸਹਿਮਤ ਉਹਨਾਂ ਦੀਆਂ ਇਹਨਾਂ ਗੱਲਾਂ ਦੇਖੋ, ਉਹਨਾਂ ਦੀ ਸੋਚ ਅਲੱਗ ਹੈ ਕਿ ਉਹ ਕੱਲਾ ਸਿੱਖ ਮਤਲਬ ਗੁਲਾਮ ਕਹਿ ਰਹੇ ਨੇ। ਮੈਂ ਕਹਿੰਦਾ ਕਿ ਪੰਜਾਬ ਦੀ ਸਾਰੀ ਜਨਤਾ ਗੁਲਾਮ ਹੈ। ਇੱਥੇ ਕੋਈ ਗਰੀਬ ਹਿੰਦੂ ਜਾਂ ਮਜਲੂਮ ਤੁਸੀਂ ਉਹਨੂੰ ਇਨਸਾਫ ਮਿਲਦਾ ਨਜ਼ਰ ਆਉਂਦਾ, ਤੁਹਾਨੂੰ ਕਿਸੇ ਕ੍ਰਿਸਚਨ ਨੂੰ ਮਿਲਦਾ ਨਜ਼ਰ ਆਉਂਦਾ? ਮੈਂ ਧਰਮ ਦੇ ਵਿੱਚ ਉਲਝਦਾ ਨਹੀਂ, ਮੇਰੀ ਇਹ ਫਿਤਰਤ ਨਹੀਂ ਹੈਗੀ। ਮੇਰੇ ਇਸ਼ੂ ਹੋਰ ਨੇ, ਇਨਸਾਨੀਅਤ ਹੈ। ਮੇਰੇ ਇਸ਼ੂ ਹੋਰ ਪੰਜਾਬ ਦੇ ਮਤਲਬ ਭਲੇ ਦੇ ਨੇ। ਉਹ ਆਪਣੀ ਥਾਂ ਤੇ ਜੋ ਕੰਮ ਕਰ ਰਹੇ ਨੇ ਉਹ ਸਮੇਂ ਦੇ ਅਨੁਸਾਰ ਜਿਹੜਾ ਪਤਾ ਲੱਗੂਗਾ। ਮੈਂ ਇਸ ਚੀਜ਼ ਦੇ ਵਿੱਚ ਉਲਝਣਾ ਨਹੀਂ ਚਾਹੁੰਦਾ, ਪਰ ਮੈਂ ਹਾਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਲੋਕ ਤੁਹਾਨੂੰ ਬਹੁਤ ਜ਼ਿਆਦਾ ਫੋਲੋ ਕਰ ਰਹੇ ਨੇ ਹਰ ਜਗ੍ਹਾ ਦੇ ਉੱਤੇ। ਨੌਜਵਾਨ ਜਿਹੜੇ ਸਿੱਖ ਨੌਜਵਾਨ ਤੁਹਾਡਾ ਸਤਿਕਾਰ ਕਰ ਰਹੇ ਨੇ। ਧਰਮ ਦੇ ਨਾਲ ਜਿਹੜੇ ਪੰਜਾਬ ਦੇ ਬਾਕੀ ਇਸ਼ੂਜ਼ ਤੋਂ ਨੌਜਵਾਨ ਜਿਹੜਾ ਗੁੰਮਰਾਹ ਹੋ ਰਿਹਾ, ਚਾਹੇ ਉਹ ਨਸ਼ਿਆਂ ਦੇ ਵਿੱਚ ਹੈ, ਚਾਹੇ ਉਹ ਕੰਮ ਕਰਕੇ ਹੋ ਰਿਹਾ, ਚਾਹੇ ਲੋਕਾਂ ਨੂੰ ਇਨਸਾਫ ਨਹੀਂ ਹੋ ਰਿਹਾ, ਉਹਦੇ ਉੱਤੇ ਵੀ ਜੇ ਤੁਸੀਂ ਪਹਿਲ ਦਿਓਗੇ ਤੇ ਲੋਕ ਤੁਹਾਨੂੰ ਸ਼ਾਇਦ ਦੋ ਪਾਸਿਓਂ ਹੀ ਐਕਸੈਪਟ ਕਰ ਲੈਣਗੇ, ਐਜ਼ ਏ ਧਾਰਮਿਕ ਆਗੂ ਵੀ ਤੇ ਐਜ਼ ਏ ਪੋਲੀਟੀਸ਼ੀਅਨ ਵੀ। ਮਤਲਬ ਇਹ ਸਾਰਾ ਕੁਝ ਉਹਨਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਔਰ ਇਹਦੇ ਉੱਤੇ ਫੋਕਸ ਕਰਨਾ ਚਾਹੀਦਾ, ਔਰ ਇਹਦੇ ਨਾਲ ਸੂਬੇ ਦਾ ਮਾਹੌਲ ਵੀ ਜਿਹੜਾ ਉਹ ਠੀਕ ਰਹਿਣਾ ਚਾਹੀਦਾ। ਅੱਜ ਦੀ ਤਰੀਕ ਦੇ ਵਿੱਚ ਸਰਕਾਰਾਂ ਨੇ ਤੇ ਲੋਕਾਂ ਨੂੰ ਧਰਮ ਦੇ ਵਿੱਚ ਉਲਝਾ ਦਿੱਤਾ। ਪਿਛਲੇ ਦਿਨੀ ਇਹ ਹੋਇਆ ਕਿ ਬਰਗਾੜੀ ਮੋਰਚੇ ਦੇ ਉੱਤੇ ਈਸਾ ਮਸੀਹ ਦੇ ਉੱਤੇ ਉਹਨਾਂ ਦਾ ਇੱਕ ਬਿਆਨ ਜਿਹੜਾ ਹੋਇਆ, ਉਸ ਨੂੰ ਲੈ ਕੇ ਕਾਫੀ ਜਿਹੜਾ ਮਾਹੌਲ ਈਸਾਈ ਭਾਈਚਾਰੇ ਦੇ ਵਿੱਚ ਗਰਮਾ ਗਿਆ ਉਹਨਾਂ ਦੇ ਬਿਆਨ ਨੂੰ ਲੈ ਕੇ। ਉਸ ਚੀਜ਼ ਦੇ ਉੱਤੇ ਮੈਂ ਇੱਕ ਚੀਜ਼ ਤੁਹਾਨੂੰ ਸਪਸ਼ਟ ਕੀਤੀ ਹੈ ਕਿ ਮੇਰੇ ਲਈ ਈਸਾਈ ਜਿਹੜੇ ਮਤਲਬ ਯਿਸੂ ਮਸੀਹ ਨੇ ਉਹਨਾਂ ਦਾ ਵੀ ਉਨਾ ਹੀ ਸਤਿਕਾਰ ਹੈ, ਗੁਰੂ ਮਹਾਰਾਜ ਦਾ ਵੀ ਉਨਾ ਹੀ ਸਤਿਕਾਰ ਹੈ, ਔਰ ਚਾਹੇ ਮਤਲਬ ਜਿਹੜੇ ਮੁਸਲਿਮ ਆਗੂ ਨੇ ਉਹਨਾਂ ਦਾ ਵੀ ਉਨਾ ਹੀ ਸਤਿਕਾਰ ਹੈ, ਹਿੰਦੂਆਂ ਦਾ। ਮੈਂ ਇਹਨਾਂ ਚੀਜ਼ਾਂ ਦੇ ਵਿੱਚ ਪੈਂਦਾ ਨਹੀਂ। ਇਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਨੇ, ਪਰ ਮੈਂ ਫਿਰ ਕਹਿੰਦਾ ਕਿ ਪੰਜਾਬ ਉੱਜੜ ਰਿਹਾ। ਅੱਜ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਨਾ ਕ੍ਰੀਏਟ ਕੀਤਾ ਜਾਵੇ। ਤੁਸੀਂ ਦੇਖੋ, ਕੋਈ ਇੰਡਸਟਰੀਲਿਸਟ ਆਉਣ ਨੂੰ ਤਿਆਰ ਨਹੀਂ, ਕੋਈ ਵਪਾਰੀ ਮਤਲਬ ਡਰ ਖੌਫ ਹੈ। ਤੁਸੀਂ ਅੱਜ ਬਾਹਰੋਂ ਕਿਸੇ ਸਟੇਟ ਤੋਂ ਆਉਣਾ ਹੋਵੇ, ਜਿੱਦਾਂ ਸਾਡੇ 6 ਜੂਨ ਘੱਲੂਘਾਰਾ ਮਨਾਇਆ ਜਾਂਦਾ, ਕਿ ਕਈ ਦੇਰ ਤੱਕ ਇੱਥੇ ਨਾ ਪਿਛਲੇ 6 ਦਿਨ ਟੂਰਿਸਟ ਆਉਂਦਾ ਅੰਮ੍ਰਿਤਸਰ 'ਚ, ਨਾ ਅਗਲੇ 6 ਦਿਨ ਆਉਂਦਾ। ਵੀ ਪਤਾ ਨਹੀਂ ਯਾਰ ਇੱਥੇ ਕੀ ਮਾਹੌਲ ਹੋ ਜਾਣਾ। ਇੱਕ ਸ਼ਾਂਤਮਈ ਮਾਹੌਲ ਵੀ ਪੰਜਾਬ ਦੇ ਵਿੱਚੋਂ ਜਿਹੜਾ ਦੇਣਾ ਚਾਹੀਦਾ, ਉਹ ਕ੍ਰੀਏਟ ਕਰਨਾ ਚਾਹੀਦਾ। ਔਰ ਕਈ ਥਾਵਾਂ ਦੇ ਉੱਤੇ ਜਿੰਨੇ ਸਾਡੇ ਇੰਡਸਟਰੀ ਲਾਉਣੀ, ਜਿੰਨੇ ਸਾਡਾ ਰੁਜ਼ਗਾਰ ਮਤਲਬ ਕਰਨਾ, ਇੱਥੇ ਕਿਸੇ ਦਿਨ ਜਿਹਦਾ ਦਿਲ ਕਰਦਾ, ਮੈਂ ਪਰਸੋਂ ਗਿਆ ਸੀਗਾ ਤੇ ਉਹ ਕ੍ਰਿਸਚਨ ਨੇ ਬੰਦ ਕੀਤਾ ਹੋਇਆ ਸੀਗਾ ਜਲੰਧਰ ਵੀ। ਮਤਲਬ ਇਹ ਜਿਹਦਾ ਦਿਲ ਕਰਦਾ ਇਹਨੂੰ ਤਾਲਾ ਲਾ ਦਿੰਦਾ ਪੰਜਾਬ ਨੂੰ, ਜਿਹਦਾ ਦਿਲ ਕਰਦਾ ਖੋਲ੍ਹ ਲੈਂਦਾ। ਜਿਹਨੇ ਆਪਣਾ ਵਪਾਰ ਚਲਾਉਣਾ ਉਹਨੂੰ ਤੇ 24 ਘੰਟੇ ਖੁੱਲ੍ਹ ਚਾਹੀਦੀ ਹੈ ਨਾ, ਕਿ ਮੈਂ ਆਪਣਾ ਕਾਰੋਬਾਰ ਚਲਾਉਣਾ। ਇਹਨਾਂ ਚੀਜ਼ਾਂ ਜੇ ਰੋਜੀ ਰੋਟੀ ਨਹੀਂ ਹੋਊਗੀ, ਜੇ ਬੱਚਿਆਂ ਕੋਲ ਮਤਲਬ ਖਾਣਾ ਹੀ ਨਹੀਂ ਹੋਊਗਾ, ਪੜ੍ਹਾਈ ਨਹੀਂ ਹੋਊਗੀ, ਇਕੱਲੇ ਤੁਸੀਂ ਧਰਮ ਦੇ ਸਿਰ ਤੇ ਵੀ ਸਰਵਾਈਵ ਨਹੀਂ ਨਾ ਕਰ ਸਕਦੇ। ਦੋਵੇਂ ਚੀਜ਼ਾਂ ਮਤਲਬ ਚੱਲਣੀਆਂ ਚਾਹੀਦੀਆਂ ਨੇ। ਧਰਮ ਸਾਨੂੰ ਸ਼ਾਂਤੀ ਵੱਲ, ਸਾਡੀ ਮਤਲਬ ਸਾਡੇ ਮਨ 'ਚ ਇੱਕ ਖੌਫ ਪੈਦਾ ਕਰਦਾ ਕਿ ਪ੍ਰਮਾਤਮਾ ਸਾਨੂੰ ਦੇਖ ਰਿਹਾ, ਜਦੋਂ ਕਿ ਸਾਨੂੰ ਪਤਾ ਪ੍ਰਮਾਤਮਾ ਜਿੰਦਾ ਨਹੀਂ ਤੁਰਿਆ ਫਿਰਦਾ, ਪਰ ਇੱਕ ਮਨ ਦੇ ਵਿੱਚ ਖੌਫ ਹੁੰਦਾ। ਇਹ ਵੀ ਚੀਜ਼ਾਂ ਜ਼ਰੂਰੀ ਨੇ, ਪਰ ਉਹਦੇ ਨਾਲ ਲੋਕਾਂ ਦਾ ਰੁਜ਼ਗਾਰ, ਰੋਜੀ ਰੋਟੀ ਬਹੁਤ ਜ਼ਰੂਰੀ ਆ। ਸਾਰੀ ਦੁਨੀਆ ਧਰਮ ਵਾਲੇ ਪਾਸੇ ਲੱਗ ਗਈ ਹੈ ਤੇ ਸਰਕਾਰਾਂ ਨੂੰ ਇਹ ਸੰਜੀਵਨੀ ਬੂਟੀ ਵਾਂਗੂ ਲੱਗ ਰਿਹਾ ਕਿ ਸਰਕਾਰ ਦੇ ਜਿਹੜੇ ਇਸ਼ੂ ਨੇ ਉਹ ਚੁੱਕੇ ਹੀ ਨਹੀਂ ਜਾ ਰਹੇ। ਸਵੇਰੇ ਖੋਲੋ ਤੇ ਬਸ ਇਹ ਧਾਰਮਿਕ ਇਸ਼ੂ ਹੀ ਆ ਰਹੇ ਨੇ, ਕੋਈ ਕਿਹਦੇ ਨਾਲ ਲੜ ਰਿਹਾ, ਕੋਈ ਕਿਹਨੂੰ ਬੋਲ ਰਿਹਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ। ਪੰਜਾਬ ਦਾ ਵਪਾਰ ਬਹੁਤ ਜ਼ਿਆਦਾ ਜ਼ਰੂਰੀ ਹੈ, ਬੱਚਿਆਂ ਨੂੰ ਇੱਜ਼ਤ ਮਾਨ ਦੀ ਰੋਟੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਕੋਲ ਹੋਊਗਾ ਕੁਛ ਨਹੀਂ ਤੇ ਇਕੱਲਾ ਅਸੀਂ ਖੋ ਕੇ ਤੇ ਖਾਣੋਂ ਰਹੇ ਵੀ ਮਤਲਬ ਗੰਨ ਕੱਢ ਲਓ, ਕਿਰਪਾਨ ਕੱਢ ਲਓ ਤੇ ਇੱਕ ਦੂਜੇ ਕੋਲ ਖੋ ਕੇ ਖਾਵਾਂਗੇ। ਇਹ ਨਹੀਂ ਚਾਹੀਦਾ। ਇੱਜ਼ਤ ਮਾਨ ਹਰ ਧਰਮ ਦਾ, ਹਰ ਵਰਗ ਦਾ। ਸੁਰੱਖਿਆ ਬਹੁਤ ਜ਼ਰੂਰੀ ਹੈ ਕਿ ਜੇ ਕੋਈ ਵਪਾਰੀ ਹੈ ਤੇ ਉਹਨੂੰ ਸੁਰੱਖਿਆ ਨਜ਼ਰ ਆਉਣੀ ਚਾਹੀਦੀ ਹੈ ਕਿ ਹਾਂ ਯਾਰ ਮੇਰੇ ਨਾਲ ਕੋਈ ਲੁੱਟ ਖੋਹ ਕਰਨ ਵਾਲੇ ਨਹੀਂ, ਜਾਂ ਮੇਰਾ ਵਪਾਰ ਬੰਦ ਕਰਾਉਣ ਵਾਲੇ ਨਹੀਂ, ਮੇਰੀ ਸਪੋਰਟ ਤੇ ਲੋਕ ਖਲੋਤੇ ਨੇ। ਉਹ ਕਿਤੇ ਵੀ ਪੰਜਾਬ 'ਚ ਨਜ਼ਰ ਨਹੀਂ ਆ ਰਿਹਾ। ਤੁਸੀਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹ ਚੀਜ਼ ਤੁਹਾਨੂੰ ਵਧੀਆ ਲੱਗੀ ਆ ਕਿ ਐਟਲੀਸਟ ਜਿਹੜੇ ਪੁਰਾਣੇ ਲੀਡਰ ਸਾਹਿਬਾਨ ਆ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਜਿਹੜਾ ਕੀਤਾ ਹੈਗਾ, ਉਹਨਾਂ ਨੂੰ ਜ਼ਰੂਰ ਦੇਖ ਕੇ ਉਹਨਾਂ ਦੇ ਉੱਤੇ ਨੱਥ ਪਾਈ ਜਾ ਰਹੀ ਹੈ, ਤਾਂ ਕਿ ਡਰ ਜ਼ਰੂਰ ਪੈਦਾ ਹੋਵੇ ਕਿ ਤੁਸੀਂ ਇਹ ਨਹੀਂ ਕਰ ਸਕਦੇ, ਤੁਹਾਨੂੰ ਰੈਕਗਨਾਈਜ਼ ਕਰਕੇ ਤੁਹਾਨੂੰ ਫੜਿਆ ਜਾ ਸਕਦਾ ਹੈ। ਪਰ ਖਾਕੀ ਦੇ ਬਾਰੇ 'ਚ ਮੈਂ ਜ਼ਰੂਰ ਤੁਹਾਡਾ ਜਿਹੜਾ ਦੇਖਣਾ ਚਾਹੁੰਦੀ ਹਾਂ ਤਜਰਬਾ। ਤੁਹਾਡੇ ਜੇ ਪੇਜ ਦੇ ਉੱਤੇ ਜਾਈਏ ਤੇ ਦੋ ਚੀਜ਼ਾਂ ਦੇਖਣ ਨੂੰ ਮਿਲਦੀਆਂ। ਇੱਕ ਉਹ ਆਫੀਸਰ ਨੂੰ ਤੁਸੀਂ ਸੈਲੂਟ ਕੀਤਾ ਹੋਇਆ, ਤਾਰੀਫ ਕੀਤੀ ਹੋਈ ਹੈ, ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਰਿਸ਼ਵਤਖੋਰੀ ਨੂੰ ਜਿਹੜੀ ਆ ਮਨਾ ਕੀਤਾ, ਤੇ ਦੂਜੇ ਪਾਸੇ ਕੱਲ ਹੀ ਤੁਸੀਂ ਇੱਕ ਜਿਹੜਾ ਪਰਚਾ ਕਰਵਾ ਕੇ ਹਟੇ ਆ ਆਫੀਸਰ ਦੇ ਉੱਤੇ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਮੈਂ ਚਾਹੁੰਦੀ ਵੀ ਜਾਣਕਾਰੀ ਵੀ ਦੇ ਦਿਓ, ਤੇ ਨਾਲ ਦੀ ਨਾਲ ਮੈਂ ਚਾਹੁੰਦੀ ਹਾਂ ਕਿ ਖਾਕੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੀ ਉਹਨਾਂ ਦੀ ਛਤਰਛਾਇਆ ਦੇ ਵਿੱਚ ਕੁਝ ਸੁਧਾਰ ਨਜ਼ਰ ਆਇਆ ਜਾਂ ਨਹੀਂ? ਦੇਖੋ, ਪੋਲੀਟੀਸ਼ੀਅਨ ਦੇ ਮਨ 'ਚ ਇੱਕ ਗੱਲ ਖਤਮ ਹੋ ਚੁੱਕੀ ਸੀ ਜੀ ਕਿ ਮੈਂ ਪੈਸੇ ਖਾ ਲਏ ਤੁਸੀਂ ਨਹੀਂ ਫੜੋਗੇ, ਤੁਸੀਂ ਖਾ ਲਏ ਮੈਂ ਨਹੀਂ ਫੜੂੰਗਾ। ਇਹ ਡਰ ਬਹੁਤ ਜ਼ਿਆਦਾ ਜ਼ਰੂਰੀ ਸੀਗਾ, ਇਹ ਖੌਫ ਬਹੁਤ ਜ਼ਿਆਦਾ ਜ਼ਰੂਰੀ ਸੀਗਾ। ਮੈਂ ਕੱਲ ਵੀ ਕਿਸੇ ਨਾਲ, ਜਿਨ੍ਹਾਂ ਦੀ ਤਾਰੀਫ ਕਰਨ ਦੀ ਤੁਸੀਂ ਗੱਲ ਕਰਦੇ ਹੋ, ਉਹ ਸਾਡੇ ਅੰਮ੍ਰਿਤਸਰ ਕਮਿਸ਼ਨਰ ਵੀ ਰਹੇ ਨੇ, ਵਰਿੰਦਰ ਸ਼ਰਮਾ ਜੀ। ਔਰ ਮੈਂ ਨਹੀਂ ਕਹਿੰਦਾ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇਮਾਨਦਾਰ ਹੋ ਗਏ ਨੇ,
ਉਹਨਾਂ ਦਾ ਜਿਹੜਾ ਕੈਰੀਅਰ ਹੈ, ਜਿੰਨਾ ਕਿ ਮੈਂ ਉਹਨਾਂ ਨੂੰ ਜਾਣਦਾ, ਮਤਲਬ ਕਿਸੇ ਦੀ ਸਹੁੰ ਨਹੀਂ ਦਿੱਤੀ ਜਾ ਸਕਦੀ, ਪਰ ਜਿੰਨਾ ਕਿ ਮੈਨੂੰ ਪਤਾ ਹੈ ਕਿ ਉਹ ਬਿਲਕੁਲ ਮਤਲਬ ਕਰਪਸ਼ਨ ਫ੍ਰੀ ਜਿਹੜੇ ਉਹ ਸੀਗੇ। ਔਰ ਜੇ ਉਹਨਾਂ ਚੰਗਾ ਕੰਮ ਕੀਤਾ, 50 ਲੱਖ ਰੁਪਇਆ, ਕਰੋੜ ਰੁਪਇਆ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਜੀ ਜੀ, ਜੇ ਉਹਨੂੰ ਠਕਰਾਇਆ, ਜੇ ਉਹ ਜੇ ਐਸਐਸਪੀ ਨੇ ਠਕਰਾਇਆ ਤੇ ਉਹਨੂੰ ਪਤਾ ਸੀਗਾ ਮੇਰੇ ਚੀਫ ਮਤਲਬ ਸਰਕਾਰ ਦੇ ਅਨੁਸਾਰ ਜਿੰਨੇ ਅਫਸਰ ਨੇ, ਇਹਨਾਂ ਨੂੰ ਮੈਂ ਰਾਜਪੂਤ ਕਹਿੰਦਾ, ਜਿਹਦੀ ਸਰਕਾਰ ਹੈ ਉਹਦੇ ਅਨੁਸਾਰ ਚੱਲਣਾ ਚਾਹੀਦਾ। ਉਹਦੇ ਮਤਲਬ ਜੇ ਸਰਕਾਰ ਦੀ ਮਨਸ਼ਾ ਸੀਗੀ ਕਿ ਵਿਜੀਲੈਂਸ ਤੇਜ਼ ਕਰਨੀ, ਇਹਨਾਂ ਭ੍ਰਿਸ਼ਟ ਲੋਕਾਂ ਨੂੰ ਫੜਨਾ, ਤੇ ਉਹਨਾਂ ਸਰਕਾਰ ਦੀ ਮਨੋਦਸ਼ਾ ਦੇ ਨਾਲ ਇਹ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਉਹਨਾਂ ਦੀ ਤਾਰੀਫ ਵੀ ਕੀਤੀ। ਔਰ ਦੁੱਖ ਪਤਾ ਕੀ ਹੈ ਕਿ ਅੱਜ ਤੋਂ 20 ਸਾਲ ਪਹਿਲਾਂ ਕੋਈ ਬੰਦਾ ਕਰਪਸ਼ਨ ਕਰਦਾ ਸੀਗਾ, ਪੋਲੀਟੀਸ਼ੀਅਨ, ਉਹਨੂੰ ਪਾਰਟੀ ਵੀ ਕਿਨਾਰਾ ਕਰ ਲੈਂਦੀ ਸੀ ਉਹਦੇ ਤੋਂ। ਜਿੰਨਾ ਚਿਰ ਉਹ ਪਾਕ ਸਾਹਿਬ ਬਰੀ ਨਹੀਂ ਸੀ ਹੁੰਦਾ, ਉਹਨੂੰ ਕੋਈ ਅਹੁਦਾ ਵੀ ਨਹੀਂ ਸੀ ਦਿੱਤਾ ਜਾਂਦਾ, ਚਾਹੇ ਉਹ ਐਮਐਲਏ ਹੋਵੇ, ਚਾਹੇ ਵਜ਼ੀਰ ਹੋਵੇ, ਚਾਹੇ ਪਾਰਟੀ ਦਾ ਅਹੁਦੇਦਾਰ ਸੀ। ਔਰ ਕਲਯੁਗ ਹੈ ਕਿ ਜੇ ਹੁਣ ਬੰਦਾ ਕੋਈ ਕਰਪਸ਼ਨ ਕਰਦਾ ਫੜਿਆ ਜਾਂਦਾ, ਉੱਤੇ ਪਰਚਾ ਦਰਜ ਕੀਤਾ ਜਾਂਦਾ ਤੇ ਪਾਰਟੀ ਉਹਦੇ ਲਈ ਧਰਨਾ ਦਿੰਦੀ ਹੈ, ਇਹਨੂੰ ਮਤਲਬ ਬਚਾਇਆ ਜਾਵੇ। ਪਾਰਟੀ ਉਹਦੀ ਡਿਫੈਂਸ ਆਉਂਦੀ ਹੈ, ਕੱਲੀ ਕਾਂਗਰਸ ਨਹੀਂ, ਕੱਲਾ ਅਕਾਲੀ ਨਹੀਂ, ਕੱਲਾ ਬੀਜੇਪੀ ਨਹੀਂ, ਆਮ ਆਦਮੀ ਵੀ ਇਦਾਂ। ਹੁਣ ਫੌਜਾ ਸਿੰਘ ਸਰਾਰੀ ਨੇ, ਤੁਸੀਂ ਉਹਨਾਂ ਦੇ ਉੱਤੇ ਕਾਰਵਾਈ ਵੀ ਤੇ ਉਸੇ ਵੇਲੇ ਹੋਣੀ ਚਾਹੀਦੀ ਹੈ ਨਾ। ਸੋ ਮਤਲਬ ਆਪਣੀ ਮਰਜ਼ੀ ਦੇ ਅਨੁਸਾਰ ਨਾ ਕੀਤਾ ਜਾਵੇ, ਪਰ ਜੋ ਉਹਨਾਂ ਨੇ ਕੀਤਾ, ਇੱਕ ਖੌਫ ਪੈਦਾ ਕੀਤਾ ਪੋਲੀਟੀਸ਼ੀਅਨ ਦੇ। ਇਹ ਜ਼ਰੂਰੀ ਨਹੀਂ ਕਾਲੀ ਕਾਂਗਰਸੀਆਂ ਦੇ ਉੱਤੇ ਖੌਫ ਹੈ, ਉਹਨਾਂ ਆਪਣਾ ਬੰਦਾ ਵੀ ਇੱਕ ਫੜ ਕੇ ਅੰਦਰ ਦਿੱਤਾ ਸੀਗਾ। ਇਹ ਹਰ ਪੋਲੀਟੀਸ਼ੀਅਨ ਦੇ ਉੱਤੇ ਖੌਫ ਇਹ ਜਿਹੜਾ ਬਰਕਰਾਰ ਰਹਿਣਾ ਚਾਹੀਦਾ ਕਿ ਇਹ ਲੋਕ, ਜੇ ਤੁਸੀਂ ਪੈਸਾ ਖਾਓਗੇ ਲੋਕਾਂ ਦਾ ਤੇ ਤੁਹਾਨੂੰ ਫੜ ਲਿਆ ਜਾਊਗਾ। ਔਰ ਬੜੀ ਦੁਨੀਆ, ਇਹ ਜਿਹੜੇ ਲੋਕ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ, ਜਾਂ ਜਿਨ੍ਹਾਂ ਦੀਆਂ ਮਨਸ਼ਾਵਾਂ ਬਹੁਤ ਵੱਡੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਹੱਥ ਰਲੇ ਹੁੰਦੇ ਨੇ ਪੋਲੀਟੀਸ਼ੀਅਨ ਜਾਂ ਅਫਸਰਾਂ ਦੇ ਨਾਲ, ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਸਰਕਾਰ ਚੰਗੀ, ਯਾਰ ਇਹਦੇ ਨਾਲੋਂ ਪਹਿਲਾਂ ਚੰਗੀ ਸੀ। ਮੇਰੇ ਨਾਲ ਬੜੀ ਦੁਨੀਆ ਬਹਿਸ ਕਰਦੀ ਹੈ ਕਿ ਯਾਰ ਇਹਦੇ ਨਾਲੋਂ ਤੇ ਉਹ ਚੰਗੇ ਸੀ। ਮੈਂ ਕਿਹਾ ਯਾਰ ਮੈਂ ਇੱਕ ਗੱਲ ਦੱਸਾਂ, ਮੈਨੂੰ ਇਹ ਚੰਗੇ ਨਹੀਂ ਲੱਗਦੇ ਆਮ ਆਦਮੀ ਪਾਰਟੀ ਵਾਲੇ। ਅੱਛਾ। ਕਿਉਂਕਿ ਕਾਰਨ ਇਹ ਹੈ ਕਿ ਨਾ ਮੈਨੂੰ ਵੀ ਆਫਰ ਕੀਤੀ ਸੀ ਇਲੈਕਸ਼ਨ ਲੜਨ ਦੀ, ਔਰ ਮੈਂ ਇੱਕ ਗੱਲੋਂ ਬੜਾ ਸਪਸ਼ਟ ਹਾਂ। ਮੈਂ ਇਹਨਾਂ ਦੀ ਜਿਹੜੀ ਹਾਈਐਸਟ ਲੀਡਰਸ਼ਿਪ ਸੀ, ਉਹਨੂੰ ਵੀ ਇੱਕ ਗੱਲ ਕਹੀ ਸੀ ਕਿ ਜੋ ਚੋਣ ਮੈਨੀਫੈਸਟੋ ਦੇ ਰਹੇ ਹੋ, ਜੇ ਉਹਦਾ ਤੁਸੀਂ ਮੈਨੂੰ ਸੋਰਸ ਦੱਸ ਦਿਓਗੇ ਤੇ ਮੈਂ ਆ ਜਾਊਂਗਾ, ਮੈਂ ਬਿਨਾਂ ਇਲੈਕਸ਼ਨ ਲੜੇ। ਅੱਛਾ। ਜੇ ਤੁਸੀਂ ਵੀ ਝੂਠ ਮਾਰ ਰਹੇ ਹੋ ਤੇ ਮੈਂ ਤੁਹਾਡੇ ਨਾਲ ਆਉਣਾ ਨਹੀਂ। ਪਰ ਜੇ ਮੈਂ ਇੱਕ ਗੱਲ ਕਹਾਂ, ਮੇਰੇ ਮਨ ਨੂੰ ਤਸੱਲੀ ਕੀ ਹੁੰਦੀ ਹੈ ਕਿ ਜੇ ਉਹ ਕਾਲੀ ਕਾਂਗਰਸੀ ਆ ਜਾਂਦੇ, ਜਿਵੇਂ ਤੁਸੀਂ ਵਪਾਰ ਕਰਦੇ ਹੋ ਨਾ, ਕੋਈ ਤੁਹਾਡੀ 1 ਸਾਲ ਦੀ ਟਰਨਓਵਰ ਹੋਵੇ 10 ਕਰੋੜ ਤੇ ਤੁਹਾਡਾ ਟੀਚਾ ਹੁੰਦਾ ਅਗਲੀ ਵਾਰੀ 20 ਕਰੋੜ ਕਰਨਾ, ਹਰ ਵਪਾਰੀ ਦਾ ਮਤਲਬ ਹੁੰਦਾ। ਇੱਥੇ ਜੇ ਉਹ ਆ ਜਾਂਦੇ ਤੇ ਉਹਨਾਂ ਦਾ ਟੀਚਾ ਜੇ 1000 ਕਰੋੜ ਰੁਪਇਆ ਸੀ ਨਾ, ਤੇ ਉਹ 2-2000 ਕਰੋੜ ਹੋ ਜਾਣਾ ਸੀ। ਸੋ ਮੈਂ ਇੱਕ ਗੱਲ ਦੀ ਤੁਲਨਾ ਜ਼ਰੂਰ ਕਰਦਾ ਕਿ ਬੰਦੇ ਇਹਨਾਂ ਦੇ ਵੀ ਕੋਈ ਚੰਗੇ ਨਹੀਂ, ਪਰ ਇਹਨਾਂ ਦਾ ਖੌਫ ਤੇ ਚੈੱਕ ਹੈਗਾ ਉਹਨਾਂ ਦੇ ਉੱਪਰ। ਉਹ ਛੋਟੀਆਂ ਠੱਗੀਆਂ ਜ਼ਰੂਰ ਮਾਰਦੇ ਹੋਣਗੇ। ਮੈਂ ਜੇ ਇਹ ਤੁਲਨਾ ਕਵਾਂ, ਇਹ ਮੇਰੇ ਮਨ ਚੋਂ ਅਕਸਰ ਨਿਕਲਦਾ ਕਿ ਯਾਰ ਇਹ ਜਿੰਨੇ ਮਰਜ਼ੀ, ਸੌਰੀ ਪੰਜਾਬੀ 'ਚ, ਜਿੰਨੇ ਮਰਜ਼ੀ ਕੁੱਤੇ ਹੋਣ, ਜਿੰਨੇ ਮਰਜ਼ੀ ਗੰਦੇ ਹੋਣ, ਤੇ ਉਹਨਾਂ ਦੋਵਾਂ ਜਿੰਨੇ ਕੁੱਤੇ ਨਹੀਂ ਹੋ ਸਕਦੇ। ਠੀਕ ਹੈ ਨਾ, ਮਤਲਬ ਉਨੀ ਲੋਟੇ ਨਹੀਂ ਮਚਾ ਸਕਦੇ। ਸੋ ਜਿਹੜਾ ਇਹ ਕੰਮ ਕਰ ਰਹੇ ਨੇ, ਬਟ ਸਾਰੀ ਪੁਲਿਸ ਨਹੀਂ ਠੀਕ ਹੈਗੀ। ਮੈਂ ਦੱਸਿਆ ਨਾ ਕਿ ਉਹ ਪਹਿਲਾਂ ਵੀ ਠੀਕ ਸੀਗੇ ਤੇ ਹੁਣ ਵੀ ਠੀਕ ਨੇ। ਇੱਥੇ ਇੱਕ ਸਾਡੇ ਕੱਲ ਵਾਰਦਾਤ ਹੋ ਗਈ, ਇੱਕ ਥਾਣੇਦਾਰ ਵੱਲੋਂ ਕਿਸੇ ਨੂੰ ਗੋਲੀ ਵੱਜ ਗਈ। ਪਰਚਾ ਦਰਜ ਕਰਾਉਣਾ ਸੀ। ਇੱਥੇ ਹਰ ਭਾਈਚਾਰਾ ਆਪਣੇ ਦੀ ਇੱਕ ਦੂਜੇ ਦੀ ਸਪੋਰਟ ਕਰਦਾ। ਜੇ ਮਤਲਬ ਪੁਲਿਸ ਵਾਲੇ ਨੇ ਤੇ ਉਹ ਪੁਲਿਸ ਵਾਲੇ ਦੇ ਪਰਚਾ ਨਹੀਂ ਦੇਣਗੇ ਛੇਤੀ, ਉਹਨੂੰ ਐਕਸੀਡੈਂਟਲ ਕੇਸ ਬਣਾਇਆ ਜਾ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ ਹਾਂ ਠੀਕ ਹੈ, ਚਾਣਚੱਕ ਵੀ ਚੱਲ ਗਈ ਹੋਏਗੀ ਜੀ, ਕੋਈ ਦਿੱਕਤ ਨਹੀਂ ਹੈਗੀ। ਪਰ ਮੈਨੂੰ ਇਹ ਦੱਸੋ, ਜਿਹੜਾ ਬੰਦਾ ASI ਹੈ, ਉਹਨੂੰ ਬਕਾਇਦਾ ਭਰਤੀ ਹੋਣ ਤੋਂ ਬਾਅਦ ਜਾਂ ਜਦੋਂ ਉਹਨੂੰ ਵੈਪਨ ਦਿੱਤਾ ਜਾਂਦਾ, ਉਹਨੂੰ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤੁਹਾਡੇ ਜਿਹੜੇ ਟ੍ਰੇਨਿੰਗ ਸੈਂਟਰ ਨੇ, ਚਾਹੇ ਫਲੋਰ ਹੈ, ਚਾਹੇ ਬਹਾਦਰਗੜ੍ਹ ਹੈ, ਜੇ ਉਸ ਬੰਦੇ ਨੂੰ ਇਹ ਨਹੀਂ ਪਤਾ ਮੈਂ ਵੈਪਨ ਕੈਰੀ ਕਿੱਦਾਂ ਕਰਨਾ। ਬਿਲਕੁਲ। ਇਹ ਵੈਪਨ ਮੇਰੇ ਕੋਲ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਹੈ, ਨਾ ਕਿ ਮਤਲਬ ਫੁਕਰਪੁਣੇ ਦੇ ਉੱਤੇ ਕਿਸੇ ਦੁਕਾਨ ਤੇ ਜਾ ਕੇ ਲੈਸ ਕਰਾਉਣ ਲਈ, ਕਿਸੇ ਦੁਕਾਨ ਦੇ ਉੱਤੇ ਜਾ ਕੇ ਮਤਲਬ ਸ਼ੇਖੀ ਮਾਰਨ ਲਈ। ਜੇ ਉਹਦੇ ਕੋਲ ਚਾਣਚੱਕ ਵੀ ਵੱਜੀ ਆ ਤੇ ਉਹਦੇ ਤੇ ਪਰਚਾ 307 ਦਾ ਹੋਣਾ ਚਾਹੀਦਾ। ਰਾਤੀ ਉਹ ਬੰਦਾ ਜ਼ਖਮੀ ਸੀਗਾ, ਸਵੇਰੇ ਉਹਦੀ ਡੈਥ ਹੋ ਗਈ। ਰਾਤੀ ਉਹ ਪਰਚਾ ਦਰਜ ਕਰਾਉਣ ਲਈ ਵੀ ਸੜਕ ਤੇ ਉਤਰਨਾ ਪਿਆ। ਠੀਕ ਹੈ, ਪਰਚਾ ਉਹਨਾਂ ਦਿੱਤਾ। ਔਰ ਜਿੱਥੇ ਸਹੀ ਹੈ ਸਹੀ ਹੈ, ਜਿੱਥੇ ਗਲਤ ਹੈ ਗਲਤ ਹੈ। ਉਹਦੇ ਵਿੱਚ ਜਿਹੜੇ ਪਰਿਵਾਰ ਵਾਲੇ ਸੀ, ਇੱਕ ਬੰਦੇ ਦੇ ਉੱਤੇ ਹੋਰ ਪਰਚਾ ਦਰਜ ਕਰਾ ਰਹੇ ਸੀਗੇ ਕਿ ਉਹਦੇ ਨਾਲ ਕੋਈ ਬੰਦਾ ਆਇਆ ਸੀ। ਮੇਰੀ ਉਹ ਫਿਤਰਤ ਨਹੀਂ ਹੈਗੀ। ਆਮ ਪੋਲੀਟੀਸ਼ੀਅਨ ਦੀ ਫਿਤਰਤ ਹੁੰਦੀ ਹੈ ਕਿ ਲੋਕਾਂ ਦਾ ਹਜੂਮ ਦੇਖ ਕੇ ਜੋ ਚਾਹੁੰਦੇ ਨੇ ਉਹ ਬੋਲੀ ਬੋਲਣ ਲੱਗ ਪਓ। ਅੱਜ 500 ਬੰਦਾ ਉੱਥੇ ਖੜਾ ਸੀਗਾ, ਔਰ ਮੈਂ ਉਹਨਾਂ ਨੂੰ ਕਿਹਾ, ਉਹ ਕਹਿ ਰਹੇ ਸੀ ਕਿ ਉਹਦਾ ਬੇਟਾ ਨਾਲ ਆਇਆ, ਔਰ ਪੁਲਿਸ ਨੇ ਮੈਨੂੰ ਇਨਸ਼ੋਰ ਕੀਤਾ, ਉਹਦੇ ਆਧਾਰ ਕਾਰਡ ਤੱਕ ਦਿਖਾਏ ਕਿ ਉਹਦਾ ਬੇਟਾ ਨਹੀਂ, ਉਹ ਤੇ ਇੱਕ ਪਾਣੀ ਪਿਆਉਣ ਵਾਲਾ ਮੁਲਾਜ਼ਮ ਸੀ। ਜਿਵੇਂ ਤੁਸੀਂ ਆਏ ਹੋ, ਤੁਹਾਡੇ ਨਾਲ ਕੋਈ ਡਰਾਈਵਰ ਆ ਸਕਦਾ, ਜੇ ਤੁਸੀਂ ਕਿਸੇ ਨਾਲ ਝਗੜਾ ਕਰੋ ਤੇ ਉਹਦਾ ਕੀ ਕਸੂਰ ਹੈ, ਜਿੰਨਾ ਚਿਰ ਉਹਨੇ ਕੀਤਾ ਨਹੀਂ। ਮੈਂ ਪਰਿਵਾਰ ਨੂੰ ਵੀ ਇਸ ਗੱਲ ਲਈ ਮਨਾਇਆ, ਔਰ ਮੈਂ 500 ਬੰਦੇ 'ਚ ਖਲੋ ਕੇ ਕਿਹਾ ਮੇਰੇ ਕੋਲ ਗਲਤ ਕੰਮ ਨਹੀਂ ਹੋ ਸਕਦਾ, ਮੈਂ ਭੀੜ ਦਾ ਹਿੱਸਾ ਨਹੀਂ ਬਣ ਸਕਦਾ ਕਿ ਤੁਸੀਂ 500 ਲੋਕ ਚਾਹ ਰਹੇ ਉੱਤੇ ਪਰਚਾ ਦੇ ਦਿਓ। ਜੇ ਉਹਦਾ ਕਸੂਰ ਹੈ ਤੇ ਉਹਦੇ ਤੇ ਪਰਚਾ ਹੋਣਾ ਚਾਹੀਦਾ। 302 ਦਾ ਪਰਚਾ ਤੁਸੀਂ ਤੇ ਕਿਸੇ ਰੁੱਖ ਦੇ ਉੱਤੇ 302 ਦਫਾ ਲਿਖ ਦਿਓ ਨਾ, ਤੇ ਮੇਰਾ ਖਿਆਲ ਉਹ ਵੀ ਸੁੱਕਣ ਦੀ ਕਗਾਰ ਤੇ ਆ ਜਾਂਦਾ ਵੀ ਇਹ ਕੇਸ ਮੁੱਕਦੇ ਨਹੀਂ। ਮੇਰੇ ਕੋਲ ਨਜਾਇਜ਼ ਨਹੀਂ ਹੋ ਸਕਦੀ ਕਿਸੇ ਨਾਲ। ਉਹ ਪਰਿਵਾਰ ਵਾਲੇ ਮੇਰੇ ਤੋਂ ਕਨਵਿੰਸ ਹੋਏ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਆਪਣੀ ਇਮਾਨਦਾਰੀ ਨਾਲ ਦੱਸੋ, ਉਹਨੇ ਤੁਹਾਡੇ ਨਾਲ ਝਗੜਾ ਕੀਤਾ ਨਹੀਂ ਕੀਤਾ, ਉੱਤੇ 302 ਦਾ ਪਰਚਾ ਨਹੀਂ ਹੋਇਆ। ਮਤਲਬ ਮੈਂ ਲੋਕਾਂ ਦੀ ਬੋਲੀ ਨਹੀਂ ਬੋਲ ਸਕਦਾ। ਮੈਂ ਕੋਈ ਇਹ ਤਾਂ ਨਹੀਂ ਚਾਹੁੰਦਾ ਕਿ ਹਾਂ ਯਾਰ ਇਹ 500 ਬੰਦਾ ਹੈ, ਇਹਨਾਂ ਦੇ ਨਾਲ ਪਰਿਵਾਰ ਜੁੜੇ ਹੋਣਗੇ, ਮੇਰੀ ਤੇ 2500 ਵੋਟ ਬਣ ਗਈ। ਸੋ ਤੁਸੀਂ ਇੱਕ ਨੂੰ ਐਪਰੀਸ਼ੀਏਟ ਕੀਤਾ। ਉਹ ਫਿਤਰਤ ਨਹੀਂ ਹੈ ਮੇਰੀ। ਪਰ ਬਟ ਉਹ ਜਿਹੜਾ ਬੱਚਾ ਸੀਗਾ, ਜਿਹੜਾ ਨਾਲ ਆਇਆ ਸੀ, ਉਹਦੇ ਉਹ ਜਾਂਦਾ ਜਾਂਦਾ ਉਹਨਾਂ ਦਾ ਇੱਕ ਫੋਨ ਚੁੱਕ ਕੇ ਲੈ ਗਿਆ। ਅੱਛਾ ਜੀ। ਮੈਂ ਉਹਦੇ 'ਚ ਇਹ ਗੱਲ ਜ਼ਰੂਰ ਕਰਾਈ
ਕਿ ਦੇਖੋ ਜੇ ਉਹ ਬੰਦਾ ਫੋਨ ਚੁੱਕ ਕੇ ਲੈ ਗਿਆ, ਉਹਨੇ ਮੌਕੇ ਦੀ ਨਜ਼ਾਕਤ ਇਹ ਨਹੀਂ ਦੇਖਿਆ ਕਿ ਕਿਸੇ ਨੂੰ ਗੋਲੀ ਵੱਜੀ, ਇਹਨੂੰ ਮੈਨੂੰ ਹਸਪੀਟਲ ਲੈ ਕੇ ਜਾਣਾ ਚਾਹੀਦਾ, ਇਹਨੂੰ ਮੈਨੂੰ ਫਸਟ ਏਡ ਦੇਣੀ ਚਾਹੀਦੀ ਹੈ। ਉਹ ਨਜ਼ਾਕਤ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਦੀ ਦਾ ਤੇ ਫੋਨ ਚੁੱਕ ਕੇ ਉਹਦੇ ਤੇ ਚੋਰੀ ਦਾ ਪਰਚਾ ਜ਼ਰੂਰ ਦਿਓ। ਪੁਲਿਸ ਮਹਿਕਮੇ 'ਚ ਰਹਿਣ ਦੇ ਮਤਲਬ ਕਾਬਿਲ ਨਹੀਂ ਹੈਗੇ, ਪਰ 302 ਦਾ ਪਰਚਾ ਨਹੀਂ, ਮਤਲਬ 14-15 ਸਾਲ ਦੀ ਉਹਨੂੰ ਉਮਰ ਕੈਦ ਦੀ ਸਜ਼ਾ ਹੋਏਗੀ। ਮੈਂ ਕਿਉਂ ਕਿਸੇ ਦੇ ਪਾਪ ਦਾ ਭਾਗੀ ਬਣਾਂਗਾ? ਸੋ ਜਿੱਥੇ ਕੋਈ ਚੰਗਾ ਕੰਮ ਕਰਦਾ ਉਹਨੂੰ ਮੈਂ ਚੰਗਾ ਕਹਿਣਾ ਵੀ ਆ, ਪਰ ਇਹ ਤੁਸੀਂ DNA ਨਹੀਂ ਚੇਂਜ ਕਰ ਸਕਦੇ। ਮੈਂ ਤੁਹਾਨੂੰ ਕਿਹਾ ਨਾ ਕਿ ਉਹ ਪਹਿਲਾਂ ਵੀ ਇਮਾਨਦਾਰ ਸੀਗੇ ਵਰਿੰਦਰ ਸ਼ਰਮਾ, ਔਰ ਅੱਜ ਵੀ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਆ। ਅੱਗੋਂ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ, ਤੁਸੀਂ ਮੇਰਾ ਵੀ ਲਾ ਲਓ, ਮੈਂ ਜਿੰਨੀ ਮਰਜ਼ੀ ਡਿੰਗਾ ਮਾਰੀ ਜਾਵਾਂ, ਬੁੱਧੀ ਭ੍ਰਿਸ਼ਟ ਹੁੰਦੇ ਆ, ਕਿਸੇ ਦਾ ਕੋਈ ਪਤਾ ਨਹੀਂ ਲੱਗ ਸਕਦਾ, ਕਿਸੇ ਦੀ ਸਹੁੰ ਨਹੀਂ ਦਿੱਤੀ ਜਾ ਸਕਦੀ। ਪਰ ਸਾਰੀ ਪੁਲਿਸ ਦਾ, ਸਾਰੀ ਅਫਸਰਸ਼ਾਹੀ ਦਾ, ਸਾਰੇ ਪੋਲੀਟੀਸ਼ੀਅਨ ਦਾ ਤੁਸੀਂ DNA ਤੇ ਚੇਂਜ ਕਰ ਨਹੀਂ ਸਕਦੇ। ਮੇਰਾ ਆਖਰੀ ਸਵਾਲ ਹੈ, ਕਿਉਂਕਿ ਸਮਾਂ ਅਸੀਂ ਬਹੁਤ ਜ਼ਿਆਦਾ ਲੈ ਲਿਆ, ਕਿ ਮਨਦੀਪ ਮੰਨਾ ਆਉਣ ਵਾਲੇ ਭਵਿੱਖ 'ਚ ਕੀ ਕਦੀ ਚੋਣਾਂ ਦੇ ਵਿੱਚ ਚੋਣਾਂ ਲੜਦੇ ਨਜ਼ਰ ਆਉਣਗੇ, ਤੇ ਜੇ ਲੜਦੇ ਨਜ਼ਰ ਆਉਣਗੇ ਤਾਂ ਕਿਹੜੀ ਪਾਰਟੀ ਵੱਲੋਂ? ਆਮ ਆਦਮੀ ਪਾਰਟੀ ਹੋ ਸਕਦੀ ਹੈ? ਮੈਂ ਜ਼ਿੰਦਗੀ 'ਚ ਝੂਠ ਨਹੀਂ ਮਾਰਿਆ ਰਮ ਜੀ। ਹਾਂ, ਸ਼ੌਂਕ ਹੈ ਮਤਲਬ ਲੜਨਾ, ਪਰ ਮੈਂ ਭੀੜ ਦਾ ਹਿੱਸਾ ਨਹੀਂ ਬਣਦਾ। ਮੈਂ ਹਰ ਪਾਰਟੀ ਨੂੰ, ਸਾਰਿਆਂ ਨੇ ਮੈਨੂੰ ਅਪਰੋਚ ਕੀਤੀ ਸੀ, ਤੁਸੀਂ ਇੱਥੇ ਤੇ ਮਤਲਬ ਕਿਹੋ ਵਧੀਆ ਬੁਲਾਰਾ ਤਾਂ ਹਰ ਕਿਸੇ ਨੂੰ ਮੈਂ ਵੈਸੇ ਦੱਸ ਰਿਹਾ ਜੀ, ਤੁਸੀਂ ਇੱਥੇ ਜਿਹੜੇ MLA ਬਣੇ ਉਹ ਸੋਚ ਵੀ ਨਹੀਂ ਸੀ ਸਕਦੇ, ਤੇ ਤੁਸੀਂ ਕੀ ਸੋਚਦੇ? ਮੈਨੂੰ ਜਾਂ ਚੰਗੇ ਪੱਤਰਕਾਰਾਂ ਨੂੰ ਆਫਰ ਨਹੀਂ ਸੀ ਹੋਈ, ਕਈ ਜ਼ਮੀਰ ਵਾਲੇ ਨਹੀਂ ਮੰਨੇ। ਮੈਂ ਇੱਕੋ ਗੱਲ ਕਹੀ ਸੀ ਕਿ ਜਿਹੜੀ ਮਰਜ਼ੀ ਪਾਰਟੀ ਮੈਨੂੰ ਲੈ ਲਵੇ, ਚਾਹੇ BJP ਲੈ ਲੇ, ਚਾਹੇ ਅਕਾਲੀ ਦਲ ਲੈ ਲੇ, ਚਾਹੇ ਕਾਂਗਰਸ ਲੈ ਲੇ, ਚਾਹੇ ਮਤਲਬ ਆਮ ਆਦਮੀ ਪਾਰਟੀ ਵਾਲੇ ਲੈ ਲੈਣ। ਜੇ ਅਕਾਲੀ ਦਲ ਨੇ ਲੈਣਾ ਤੇ ਆਪਣੀ ਲੀਡਰਸ਼ਿਪ ਦੀ ਤਬਦੀਲੀ ਕਰਨ, ਕਿਉਂਕਿ ਲੋਕ ਇਹਨਾਂ ਨੂੰ ਨਫ਼ਰਤ। ਮੈਂ BJP ਵਾਲਿਆਂ ਨੂੰ ਵੀ ਕੱਲ ਇਹ ਗੱਲ ਕਹੀ ਸੀ, ਮੈਂ ਬੋਲਿਆ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਲੈ ਰਹੇ ਹੋ, ਲੋਕ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਲੋਕਾਂ ਨੇ ਕਾਂਗਰਸ ਨਹੀਂ ਰਾਈ, ਲੋਕਾਂ ਨੇ ਉਹ ਗੰਦੇ ਚਿਹਰੇ ਰਾਏ ਨੇ ਜਿਨ੍ਹਾਂ ਨੂੰ ਫਿਊਚਰ ਤੁਸੀਂ ਕਿਹਦੇ ਨਾਲ? ਮੈਂ ਵੈਸੇ ਗੱਲ ਕਰਦਾ ਜੀ, ਜਿਹੜੀ ਪਾਰਟੀ ਪੰਜਾਬ ਲਈ ਸਿੰਸੀਅਰ ਹੋਵੇ। ਮੈਂ BJP ਨੂੰ ਵੀ ਕਹਿੰਦਾ ਕਿ ਤੁਸੀਂ ਮੋਦੀ ਸਾਹਿਬ ਹਰ 15 ਦਿਨ ਬਾਅਦ ਤੁਸੀਂ ਪੱਗ ਬੰਨ੍ਹਦੇ ਹੋ ਨਾਭੀ ਰੰਗ ਦੀ, ਔਰ ਗਲ 'ਚ ਸਕਾਫ ਤੁਹਾਡੇ ਨਾਭੀ ਰੰਗ, ਮਤਲਬ ਸਿੱਖਾਂ ਦੇ ਟੌਮ ਕਰੂਜ਼ ਬਣ ਜਾਂਦੇ ਹੋ ਹਰ 15 ਦਿਨੀ। ਪਰ ਪੰਜਾਬ ਪ੍ਰਤੀ ਤੁਹਾਡੀ ਨੀਤੀ ਕੀ ਹੈ? ਸਾਡੇ ਅੰਮ੍ਰਿਤਸਰ ਬਾਰਡਰ ਹੈ, ਤੁਸੀਂ ਖੋਲੋ ਨਾ ਇਹਨੂੰ। ਪਾਕਿਸਤਾਨ ਨਾਲ ਤੁਸੀਂ ਲੱਖ ਨਫ਼ਰਤ ਕਰੋ, ਨਾ ਕਰੋ ਵਪਾਰ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਵਪਾਰ ਦੁਬਈ ਤੋਂ ਹੋ ਕੇ ਤੇ ਕਰਾਚੀ ਤੋਂ ਹੋ ਕੇ ਆਉਂਦਾ, 2500 ਕਿਲੋਮੀਟਰ ਦੇਸ਼ ਦਾ ਜਿਹੜਾ ਸਮਾਨ ਉਹ ਢੋਆ ਢੁਆਈ ਦੇ ਵਿੱਚ ਮਹਿੰਗਾ ਮਿਲਦਾ। ਆ 20 ਕਿਲੋਮੀਟਰ ਦਾ ਬਾਰਡਰ ਕਿਉਂ ਨਹੀਂ ਖੋਲਿਆ ਜਾ ਸਕਦਾ? ਪਾਕਿਸਤਾਨ ਨਾਲ ਨਾ ਵਪਾਰ ਕਰੋ। ਇੱਕ ਰੂਲ ਹੈ ਕਿ ਸੈਂਟਰਲ ਏਸ਼ੀਆ ਰਸਤਾ ਤੁਸੀਂ ਬੰਦ ਨਹੀਂ ਕਰ ਸਕਦੇ। ਤੁਸੀਂ ਸੈਂਟਰਲ ਏਸ਼ੀਆ, ਜਿਸ ਦੇਸ਼ ਨੂੰ ਸਮੁੰਦਰ ਨਹੀਂ ਲੱਗਦਾ, ਉਹਨੂੰ ਰਸਤਾ ਦੇਣਾ ਜ਼ਰੂਰੀ ਹੈ। ਤੁਸੀਂ ਅਫਗਾਨਿਸਤਾਨ, ਟਰਕੀ ਤੱਕ ਵਪਾਰ ਕਰ ਸਕਦੇ ਹੋ। ਪੰਜਾਬ ਦੇ ਪ੍ਰਤੀ ਕੇਵਲ ਸਾਨੂੰ ਧਰਮ ਝੁਲਝਾ ਕੇ, ਸਿੱਖਾਂ ਨੂੰ ਰੋਟੀਆਂ ਖਵਾ ਕੇ, ਧਾਰਮਿਕ ਆਗੂਆਂ ਨੂੰ ਇਸ ਤਰੀਕੇ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ। ਪੰਜਾਬ ਲਈ ਕੋਈ ਪੈਕੇਜ, ਪੰਜਾਬ ਕੋ ਉੱਜੜ ਗਿਆ, ਪੰਜਾਬ ਨੂੰ ਦੇ ਕੀ ਰਹੇ ਹੋ? ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਦਿਓ। ਮੈਂ ਤੁਹਾਡੇ ਨਾਲ ਵੀ ਆਉਣ ਨੂੰ ਤਿਆਰ ਹਾਂ। ਹਾਂ, ਮੇਰੀ ਇੱਕ ਸ਼ਰਤ ਹੈ ਕਿ ਜਿਹੜੀ ਪਾਰਟੀ ਜਿਹੜਾ ਚੋਣ ਮੈਨੀਫੈਸਟੋ ਲੈ ਕੇ ਆਵੇ ਜਾਂ ਜਿਹੜੇ ਵਾਅਦੇ ਕਰੇ, ਜੇ ਉਹਦਾ ਮੈਨੂੰ ਸੋਰਸ ਦੱਸ ਦੇ ਤੇ ਮੈਂ ਉਹਨੂੰ ਜੁਆਇਨ ਕਰੂੰਗਾ। ਮੇਰੀ ਤੇ ਇੱਕ ਮਨਸ਼ਾ ਸੀ ਕਿ ਜਿੰਨੀਆਂ ਵੀ ਪਾਰਟੀਆਂ ਇਲੈਕਸ਼ਨ ਲੜਦੀਆਂ ਨੇ ਉਹ ਆਪਣਾ ਚੋਣ ਮੈਨੀਫੈਸਟੋ ਲੈ ਕੇ ਆਉਂਦੀਆਂ। ਚੋਣ ਮੈਨੀਫੈਸਟੋ ਦਾ ਮਤਲਬ ਕੀ? ਅੱਜ ਮੈਂ ਤੁਹਾਨੂੰ ਲਾਰਾ ਲਾਇਆ ਕਿ ਰਮਨ ਜੀ ਮੈਨੂੰ ਵੋਟ ਪਾ ਦਿਓ, ਮੈਂ ਤੁਹਾਨੂੰ ਆਹ ਦੇਵਾਂਗਾ, ਤੁਹਾਨੂੰ ਮੈਂ ਨੌਕਰੀ ਲਵਾ ਦਾਂਗਾ। ਉਹ ਤੁਹਾਡੀਆਂ ਫੀਲਿੰਗਸ ਨੂੰ ਕੈਸ਼ ਕਰਦੇ ਨੇ ਜੀ, ਤੇ ਜੇ ਉਸ ਤੋਂ ਬਾਅਦ ਉਹਨੂੰ ਪੂਰਾ ਨਹੀਂ ਕਰਦੇ ਤਾਂ ਤੁਹਾਡੀਆਂ ਫੀਲਿੰਗਸ ਦੇ ਨਾਲ ਖਿਲਵਾੜ ਹੈ। ਇਹਨਾਂ ਲੋਕਾਂ ਦੇ ਉੱਤੇ 420 ਦਾ ਪਰਚਾ ਦਰਜ ਹੋਣਾ ਚਾਹੀਦਾ, ਪਰ ਕੋਈ ਕਰਦਾ ਹੀ ਨਹੀਂ ਨਾ। ਕਾਨੂੰਨ ਦੇਸ਼ ਦੇ ਉਹਨਾਂ ਸਿਆਸਤਦਾਨਾਂ ਬਣਾਉਣੇ ਨੇ ਜਿਨ੍ਹਾਂ ਖੁਦ ਲਾਰੇ ਲਾਉਣੇ ਨੇ ਜੀ, ਮਤਲਬ ਉਹ ਕਰਨਾ ਹੀ ਨਹੀਂ ਚਾਹੁੰਦਾ। ਕੋਈ ਮਤਲਬ ਵੋਟਰ ਦੀ ਸੁਰੱਖਿਆ ਕਿੱਥੇ ਹੈ ਕਿ ਤੁਸੀਂ ਮੈਨੂੰ ਜੋ ਮਰਜ਼ੀ ਬੋਲ ਕੇ ਯਾਰ ਉਸ ਤੋਂ ਬਾਅਦ ਪੂਰਾ ਹੀ ਨਾ ਕਰੋ। ਵੋਟਰ ਦਾ ਭਵਿੱਖ ਤੇ ਸਿਕਿਉਰ ਹੋਣਾ ਚਾਹੀਦਾ ਨਾ। ਜੋ ਤੁਸੀਂ ਬੋਲਿਆ, ਜੇ ਤੁਸੀਂ ਉਹਨੂੰ 5 ਸਾਲਾਂ 'ਚ ਪੂਰਾ ਨਹੀਂ ਕਰਦੇ, ਤੁਹਾਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ, ਤੁਹਾਡੇ ਤੇ ਬੈਨ ਲੱਗ ਜਾਣਾ ਚਾਹੀਦਾ ਇਲੈਕਸ਼ਨ ਦਾ। ਸੋ ਮੈਨੂੰ ਇਹੋ ਜਿਹਾ ਕੁਝ ਨਜ਼ਰ ਨਹੀਂ ਆਉਂਦਾ। ਜੇ ਤੁਸੀਂ ਸੱਚ ਪੁੱਛੋ, ਕੋਈ ਪੰਜਾਬ ਦੇ ਨਾਲ ਸੁਹਿਰਦਤਾ ਨਜ਼ਰ ਨਹੀਂ ਆਉਂਦੀ, ਤੇ ਇੱਕ ਪਾਰਟ ਮੈਂ ਬਣ ਜਾਵਾਂ MLA ਬਣ ਕੇ ਜਾਂ MP ਬਣ ਕੇ ਇਲੈਕਸ਼ਨ ਲੜ ਕੇ ਤੇ ਬਾਕੀ ਲੋਕਾਂ ਦੀ ਨਿਗਾਹ 'ਚ ਪਾਪ ਦਾ ਭਾਗੀ ਬਣਾ ਨਾ ਬਣਾ, ਸਾਰੀ ਉਮਰ ਕੋਈ ਗੱਲ ਨਹੀਂ, ਇਦਾਂ ਹੀ ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਇਸ ਪੇਸ਼ਕਸ਼ ਦੇ ਵਿੱਚ ਇਹ ਨਹੀਂ ਦਿਓ ਇਜਾਜ਼ਤ। ਸ਼ੁਕਰੀਆ।